ਸੋ ਸਾਡੇ ਕੋਲ ਹੁਣ ਪਹੁੰਚੇ ਹਨ ਉਚੇਚੇ ਤੌਰ 'ਤੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ। ਮੈਂ ਬੇਨਤੀ ਕਰਾਂਗਾ ਸਿੰਘ ਸਾਹਿਬ ਜੀ ਨੂੰ ਕਿ ਉਹ ਸਟੇਜ 'ਤੇ ਸੱਜਣ। ਸੋ ਬੜੇ ਪਿਆਰ ਨਾਲ ਆਪਾਂ ਸਾਰਿਆਂ ਨੇ ਤਿਨਾਂ ਦੇ ਪਾਸੋਂ ਗੁਰੂ ਘਰ ਦਾ ਲਾਸਾਨੀ ਇਤਿਹਾਸ, ਗੁਰਬਾਣੀ ਦਾ ਵਿਖਿਆਨ ਬੜੇ ਹੀ ਧਿਆਨ ਦੇ ਨਾਲ, ਪਿਆਰ ਦੇ ਵਿੱਚ, ਇਕਾਗਰਤਾ ਦੇ ਵਿੱਚ ਰਹਿ ਕੇ ਅਸੀਂ ਸ਼ਰਵਣ ਕਰਨਾ ਹੈ। ਜਿਸ ਤਰ੍ਹਾਂ ਕਿ ਆਪ ਜੀ ਨੂੰ ਰਾਗੀ ਸਾਹਿਬਾਨਾਂ ਨੇ ਦੱਸਿਆ ਹੈ ਕਿ ਸਿੰਘ ਸਾਹਿਬ ਜੀ ਦੇ ਅੱਗੇ ਬਹੁਤਾ ਬੋਲਣਾ ਸਾਡੇ ਲਈ ਇਸ ਤਰ੍ਹਾਂ ਹੈ ਜਿਵੇਂ ਸਮੁੰਦਰ ਦੇ ਵਿੱਚ ਬਾਲਟੀ। ਸੋ ਗੁਰੂ ਮਹਾਰਾਜ ਜੀ ਕਿਰਪਾ ਕਰਨ। ਬੜੇ ਪਿਆਰ ਨਾਲ ਆਪਾਂ ਇਕਾਗਰਤਾ ਦੇ ਵਿੱਚ, ਟਿਕਾ ਦੇ ਵਿੱਚ ਰਹਿ ਕੇ ਸਿੰਘ ਸਾਹਿਬ ਜੀ ਤੋਂ ਗੁਰਬਾਣੀ ਦੀਆਂ ਵਿਚਾਰਾਂ ਅਤੇ ਇਤਿਹਾਸ ਦੀਆਂ ਵਿਚਾਰਾਂ ਸ਼ਰਵਣ ਕਰਨੀਆਂ ਹਨ। ਕੌਣ ਕਰਮ ਵਿਦਿਆ ਕਹੋ ਕੈਸੀ, ਧਰਮ ਕੌਣ ਫੁਨ ਕਰਈ, ਕੌਣ ਨਾਮ ਗੁਰ ਜਾਕੈ ਸਿਮਰੈ, ਭਵ ਸਾਗਰ ਕੋ ਤਰਈ, ਮਨ ਮੂਰਖ ਅਜਹੂ ਨਹਿ ਸਮਝਤ, ਸਿੱਖਦੈ ਹਾਰਿਓ ਨੀਤ, ਨਾਨਕ ਭਉਜਲ ਪਾਰ ਪਰੈ, ਜੋ ਗਾਵੈ ਪ੍ਰਭ ਕੇ ਗੀਤ, ਊਚਾ ਨਹੀਂ ਕਹਿਣਾ ਮਨ ਮੈਂ ਰਹਿਣਾ, ਆਪੇ ਜਾਣੈ ਜਾਣੋ, ਮਰਨ ਮੁਨਸਾ ਸੂਰਿਆਂ ਹੱਕ ਹੈ, ਜੋ ਹੋਏ ਮਰੈ ਪਰਵਾਣੋ, ਤੇਗ ਬਹਾਦਰ ਧਰਮ ਤੁਜ, ਹਰਤਾ ਤੁਰਕਨ ਮੂਲ, ਚਰਨ ਸ਼ਰਨ ਤਾਰਨ ਤਰਨ, ਨਮੋ ਹੋਏ ਅਨਕੂਲ। ਪਰਮ ਸਨਮਾਨਯੋਗ ਸਰਵਰੇ ਕਾਇਨਾਤ ਜਾਗਤ ਜੋਤ ਜਗਤ ਗੁਰੂ, ਸਰਬ ਕਲਾ ਸਮਰੱਥ ਦਸਾਂ ਪਾਤਸ਼ਾਹੀਆਂ ਦੀ ਜੋਤ, ਰੱਬੀ ਗਿਆਨ ਦੇ ਸਾਗਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਪਿਆਰੀ, ਗੁਰੂ ਸਵਾਰੀ ਸਾਧ ਸੰਗਤ ਜੀਓ, ਗੁਰੂ ਨਾਨਕ ਜੋਤ ਦੇ 9ਵੇਂ ਸਵਰੂਪ ਤਿਲਕ ਜੰਝੂ ਦੇ ਰਾਖੇ, ਧਰਮ ਰੱਖਿਅਕ, ਤਿਆਗ ਵਿਰਾਗ ਅਤੇ ਅਨੁਰਾਗ ਦੇ ਮੁਜੱਸਮੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਅਤੇ ਉਹਨਾਂ ਦੇ ਅਨੰਨ ਪਿਆਰੇ ਗੁਰਸਿੱਖਾਂ ਦੀ ਸ਼ਹਾਦਤ ਨੂੰ ਬੜੀ ਹੀ ਸ਼ਰਧਾ ਭਾਵਨਾ ਸਹਿਤ ਮਨਾਉਂਦਿਆਂ ਅੱਜ ਰਾਤਰੀ ਦੇ ਇਹ ਗੁਰਮਤਿ ਸਮਾਗਮ, ਜਿਨ੍ਹਾਂ ਵਿੱਚ ਜੁੜ ਬੈਠ ਕੇ ਮਾਲਕ ਦਾ ਹਰ ਜਸ ਗਾਇਨ ਕਰਨ ਦਾ, ਸਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਸਾਨੂੰ
ਪ੍ਰੇਰਨਾ ਕਰਕੇ ਸਮਝਾਇਆ ਹੈ। ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ। ਸੋ ਜਦੋਂ ਵੀ ਗੁਰੂ ਕੀ ਸੰਗਤ ਵਿੱਚ ਆਓ, ਗੁਰਬਾਣੀ ਦਾ ਪਾਠ, ਗੁਰਬਾਣੀ ਕੀਰਤਨ, ਗੁਰਬਾਣੀ ਕਥਾ, ਮਾਲਕ ਦਾ ਹਰ ਜਸ, ਇਹ ਪੱਕਾ ਹੀ ਹੈ ਕਿ ਮਾਲਕ ਦੀ ਸਿਫਤ ਸਲਾਹ, ਮਾਲਕ ਦੇ ਜੋ ਗੁਣ ਗਾਇਨ ਕੀਤੇ ਜਾਂਦੇ ਨੇ, ਇਹ ਸਾਡੀ ਆਤਮਾ ਨਾਲ ਨਿਭਦੇ ਨੇ। ਆਓ ਇਸ ਤਰ੍ਹਾਂ ਦੀਆਂ ਬਿਰਤੀਆਂ ਨੂੰ ਬਣਾ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਅਤੇ ਉਹਨਾਂ ਦੇ ਪਿਆਰੇ ਗੁਰਸਿੱਖਾਂ ਦੀ ਸ਼ਹਾਦਤ, ਜੋ ਬੜੀ ਅਦੁੱਤੀ ਲਸਾਨੀ ਹੈ, ਜਿਸ ਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਕਲਯੁਗ ਵਿੱਚ ਵਾਪਰਿਆ ਹੋਇਆ ਬਹੁਤ ਵੱਡਾ ਸਾਕਾ ਕਿਹਾ ਹੈ। ਸਭ ਤੋਂ ਪਹਿਲਾਂ ਮਨੋਬਿਰਤੀਆਂ ਨੂੰ ਕਰੀਏ ਇਕਾਗਰ। ਜਿੱਥੇ ਉਚੇਚੇ ਤੌਰ 'ਤੇ ਸ਼ਾਹਬਾਦ ਮਾਰਕੰਡੇ ਤੋਂ ਬੱਚੀਆਂ ਨੇ ਪਹੁੰਚ ਕੇ ਗੁਰਬਾਣੀ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਵਾਇਆ ਹੈ। ਆਓ ਗੁਰਮਤਿ ਵਿਚਾਰਾਂ, ਗੁਰ ਇਤਿਹਾਸਕ ਵਿਚਾਰਾਂ ਨਾਲ ਜੁੜਨ ਲਈ ਸਭ ਤੋਂ ਪਹਿਲਾਂ ਗੁਰੂ ਫਤਿਹ ਪ੍ਰਵਾਨ ਕਰੋ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਤਿੰਨ ਤਰ੍ਹਾਂ ਦੇ ਸਾਗਰ, ਜਿਨ੍ਹਾਂ ਵਿੱਚੋਂ ਬੇੜੀਆਂ, ਜਹਾਜ਼, ਬੇੜੇ ਬੰਨੇ ਲਾਏ ਨੇ। ਇੱਕ ਹੈ ਸਾਡੀ ਕਿਰਤ ਦਾ ਜਹਾਜ਼, ਜਦੋਂ ਖਤਰੇ ਵਿੱਚ ਪੈਂਦਾ, ਚਾਹੇ ਉਹ ਖੇਤੀ ਹੋਵੇ, ਦੁਕਾਨ ਹੋਵੇ, ਵਪਾਰ ਹੋਵੇ, ਚਾਹੇ ਨੌਕਰੀ ਹੋਵੇ। ਦੂਸਰਾ ਹੈ ਜਦੋਂ ਕੋਈ ਰਾਜਾ ਜ਼ੁਲਮ ਕਰਦਾ ਹੈ ਤੇ ਉਹਦੇ ਜ਼ੁਲਮ ਦੇ ਤੂਫਾਨ ਵਿੱਚ ਧਰਮ ਦੀ ਬੇੜੀ ਡਾਵਾਂ ਡੋਲ ਹੁੰਦੀ ਹੈ। ਤੀਸਰਾ, ਜਿਹਦਾ ਜ਼ਿਕਰ ਬਾਣੀ ਵਿੱਚ ਬਾਰ-ਬਾਰ ਕੀਤਾ ਗਿਆ, ਹਮ ਡੋਲਤ ਬੇੜੀ ਪਾਪ ਭਰੀ, ਪਵਨ ਲੱਗੈ ਮਤ ਜਾਈ। ਹਰ ਵੇਲੇ ਖਤਰਾ ਬਣਿਆ ਹੁੰਦਾ ਹੈ ਵੀ ਮਨੁੱਖ ਕਈ ਵਾਰ ਸੁੱਕੀ ਜਗ੍ਹਾ 'ਤੇ ਖਲੋਤਾ ਵੀ ਕਹੀ ਜਾਂਦਾ ਹੈ ਵੀ ਮੈਨੂੰ ਗੋਤੇ ਲੱਗ ਰਹੇ ਨੇ, ਮੈਨੂੰ ਡੋਬੂ ਪੈ ਰਹੇ ਨੇ, ਮੇਰੇ ਜੀਵਨ ਦੀ ਜਿਹੜੀ ਬੇੜੀ ਹੈ ਉਹ ਭਵ ਸਾਗਰ ਤੋਂ ਕਿਵੇਂ ਪਾਰ ਹੋਵੇ। ਇਕਾਗਰਤਾ ਬਖਸ਼ਿਸ਼ ਕਰਿਓ। ਇਹ ਤਿੰਨੇ ਪੱਖ ਜਿੰਨਾ ਸਮਾਂ ਪ੍ਰਬੰਧਕਾਂ ਨੇ ਉਲੀਕਿਆ ਉਹਦੇ ਦਰਮਿਆਨ ਆਪ ਜੀ ਨਾਲ ਸਾਂਝੇ ਕਰਨੇ ਨੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ, ਜਿਨ੍ਹਾਂ ਦੀ ਕੁੱਲ ਸਰੀਰਕ ਉਮਰ ਜਿਹੜੀ ਹੈ ਉਹ 54 ਸਾਲ ਦੀ, ਕਿਉਂਕਿ 1621 ਨੂੰ ਸਤਿਗੁਰਾਂ ਦਾ ਪ੍ਰਕਾਸ਼ ਹੁੰਦਾ ਹੈ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਮਾਤਾ ਨਾਨਕੀ ਜੀ ਦੀ ਪਾਵਨ ਕੁੱਖ ਤੋਂ ਅੰਮ੍ਰਿਤਸਰ ਗੁਰੂ ਕੇ ਮਹਿਲ 1675 ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦਿੱਲੀ ਦੇ ਚਾਂਦਨੀ ਚੌਂਕ ਵਿਖੇ ਹੋਈ ਹੈ। 54 ਸਾਲ ਦੀ ਇਹ ਕੁੱਲ ਉਮਰ ਸਰੀਰਕ ਹਯਾਤੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਬੜੇ ਮਨੁੱਖਤਾ ਤੇ ਪਰਉਪਕਾਰ ਕੀਤੇ ਨੇ। ਬਚਪਨ ਵਿੱਚ ਗੁਰੂ ਪਿਤਾ ਦਾ ਹੁਕਮ ਮੰਨਣ ਵਿੱਚ ਹੱਦ ਕਰ ਦਿੱਤੀ। ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ 5 ਪੁੱਤਰਾਂ ਨੂੰ ਛੱਡ ਕੇ ਆਪਣੇ ਪੋਤਰੇ ਗੁਰੂ ਹਰਿਰਾਏ ਮਹਾਰਾਜ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ, ਗੁਰੂ ਤੇਗ ਬਹਾਦਰ ਸਾਹਿਬ ਨੇ ਕੋਈ ਦਾਅਵਾ ਨਹੀਂ ਕੀਤਾ, ਕੋਈ ਲੜਾਈ ਝਗੜਾ ਨਹੀਂ ਕੀਤਾ। ਜੇ ਲੋੜ ਪਈ ਤੇ ਅੰਮ੍ਰਿਤਸਰ ਛੱਡ ਕੇ ਬਾਬਾ ਬਕਾਲਾ ਸਾਹਿਬ ਚਲੇ ਗਏ। ਜੇ ਬਾਬਾ ਬਕਾਲਾ ਸਾਹਿਬ ਤੋਂ ਲੋੜ ਪਈ ਤੇ ਬਾਬਾ ਬਕਾਲਾ ਸਾਹਿਬ ਛੱਡ ਕੇ ਅਨੰਦਪੁਰ ਸਾਹਿਬ ਚਲੇ ਗਏ। ਜੇ ਲੋੜ ਪਈ ਤੇ ਅਨੰਦਪੁਰ ਸਾਹਿਬ ਛੱਡ ਕੇ ਧਰਮ ਪ੍ਰਚਾਰ ਲਈ ਤੁਰੇ। ਤੇ ਇੱਕ ਦਿਨ ਐਸਾ ਆਇਆ ਵੀ ਜੇ ਜ਼ਰੂਰਤ ਪਈ ਤੇ ਆਪਣਾ ਤਨ ਤੱਕ ਤਿਆਗਣ ਵਾਸਤੇ ਵੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਦੇ ਚਾਂਦਨੀ ਚੌਂਕ ਵਿਖੇ ਪਹੁੰਚੇ ਨੇ। ਜਦੋਂ ਵੀ ਤੁਸੀਂ ਕੁਰਬਾਨੀਆਂ ਦਾ, ਸ਼ਹਾਦਤਾਂ ਦਾ ਇਤਿਹਾਸ ਪੜ੍ਹੋਗੇ, ਆਪਣੇ ਧਰਮ ਕਰਮ ਲਈ, ਆਪਣੇ ਦੇਸ਼ ਲਈ, ਕੌਮ ਲਈ, ਆਪਣੇ ਕਬੀਲੇ ਲਈ, ਆਪਣੇ ਹੱਕਾਂ ਲਈ ਆਦਿ ਕਾਲ ਤੋਂ ਹੀ ਪ੍ਰਭੂ ਪਿਆਰੇ ਸਮਾਜ ਸੇਵਕ ਆਪਾਂ ਕੁਰਬਾਨ ਕਰਦੇ ਆਏ ਨੇ। ਪਰ ਇਹ ਪਹਿਲੀ ਵਾਰ ਸੀ ਕਿ ਜਿਸ ਧਰਮ ਕਰਮ ਵਿੱਚ ਆਪਣਾ ਵਿਸ਼ਵਾਸ ਤੱਕ ਨਹੀਂ ਹੈ,
ਉਹਦੀ ਰਾਖੀ ਕਰਨ ਵਾਸਤੇ ਆਪਣੀ ਜਾਨ ਕੁਰਬਾਨ ਕਰ ਦੇਣੀ। ਔਰ ਇਹ ਵੀ ਪਹਿਲੀ ਵਾਰ ਸੀ ਕਿ ਆਪ ਖੁਦ ਚੱਲ ਕੇ ਮਕਤਲ ਵਿੱਚ ਪਹੁੰਚਣਾ, ਕਿਉਂਕਿ ਜਦੋਂ ਆਮੋ ਸਾਹਮਣਾ ਯੁੱਧ ਹੋ ਰਿਹਾ ਹੋਵੇ ਤੇ ਜਦੋਂ ਤਲਵਾਰਾਂ ਢਾਲਾਂ ਖੜਕ ਰਹੀਆਂ ਹੋਣ, ਸੀਸ ਧੜ ਤੋਂ ਜੁਦਾ ਹੋ ਜਾਣ, ਇਹ ਵੱਖਰਾ ਵਿਸ਼ਾ ਹੈ। जब से सुना है मर जाने से मिलती है जिंदगी, सर पे बांधे खफन कातिल को ढूंढते हैं। इस जान की तो कोई बात नहीं, ये जान तो आती जाती है। जिस धज से कोई मकतल में गया वो शान सलामत रहती है। इस करके साके बड़े वापरे ने, पर धन गुरु गोबिंद सिंह महाराज के बचन ने कीनो बड़ो कल्लू मैं साका। ਇਹ ਬੜਾ ਵੱਡਾ ਸਾਕਾ ਸੀ ਵੀ ਜਿਹਦੇ ਵਿੱਚ ਆਪਣਾ ਵਿਸ਼ਵਾਸ ਤੱਕ ਵੀ ਨਹੀਂ, ਕਿਉਂਕਿ ਉਹਨਾਂ ਦੀ ਵਿਚਾਰਧਾਰਾ ਸੀ ਘਰ ਛੱਡ ਕੇ ਬਨ ਜੰਗਲਾਂ ਵਿੱਚ ਜਾਓ, ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਵਿਚਾਰਧਾਰਾ ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਉਹਨਾਂ ਦੀ ਵਿਚਾਰ ਸੀ ਘਰ ਛੱਡ ਕੇ ਪਰਬਤਾਂ ਤੇ ਬੈਠੋ, ਗੇਰੂਏ ਕੱਪੜੇ ਪਹਿਨੋ, ਜੋਗੀ ਬਣੋ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਵਿਚਾਰਧਾਰਾ ਹੈ, ਜਾਕੋ ਜੋਗੀ ਖੋਜਤ ਹਾਰੇ, ਪਾਇਓ ਨਾਹੇ ਤੇ ਪਾਰਾ, ਸੋ ਸੁਆਮੀ ਤੁਮ ਨਿਕਟ ਪਛਾਨੋ, ਰੂਪ ਰੇਖ ਤੇ ਨਿਆਰਾ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜਿਨ੍ਹਾਂ ਨੇ ਬਚਪਨ ਵਿੱਚ ਗੁਰੂ ਪਿਤਾ ਦੇ ਹੁਕਮ ਮੰਨਣ ਦੀ ਹੱਦ ਵਿਖਾਈ, ਤੇ ਜੇ ਬੰਦਗੀ ਵਿੱਚ ਜੁੜੇ ਮਾਲਕ ਦੇ ਗੁਣ ਗਾਏ, ਜਿੱਥੇ ਸਾਨੂੰ ਪ੍ਰੇਰਨਾ ਕੀਤੀ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ, ਸਾਨੂੰ ਪ੍ਰੇਰਨਾ ਕੀਤੀ ਸਾਧੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਓ ਬਿਰਥਾ ਕਾਹੇ ਗਵਾਵੋ। ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਮਾਨ ਮੋਹ ਦੋਨੋਂ ਕੋ ਪਰ ਹਰ ਗੋਬਿੰਦ ਕੇ ਗੁਣ ਗਾਵੈ, ਕਉ ਨਾਨਕ ਕੇ ਬਿਦ ਕੋ ਪ੍ਰਾਨੀ ਜੀਵਨ ਮੁਕਤ ਕਹਾਵੈ। ਤੇ ਆਪ ਵੀ ਬੰਦਗੀ ਵਿੱਚ ਇੰਨੇ ਗੜੂੰਦ ਮਾਲਕ ਦੇ ਗੁਣ ਗਾਉਂਦਿਆਂ ਸਤਿਗੁਰੂ ਜੀ ਨੇ ਬੰਦਗੀ ਦੇ ਸਿਖਰ ਨੂੰ ਛੂਹਿਆ। ਇਸੇ ਕਰਕੇ ਇਬਾਦਤ ਤੋਂ ਸ਼ਹਾਦਤ ਤੱਕ ਦਾ ਉਹਨਾਂ ਨੇ ਸਫ਼ਰ ਕੀਤਾ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜਿਨ੍ਹਾਂ ਦੇ ਪ੍ਰਕਾਸ਼ ਸਮੇਂ ਹੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬੜੇ ਗੌਰ ਨਾਲ ਤੱਕ ਕੇ ਕਿਹਾ ਸੀ, ਇਹ ਸਾਡਾ ਬਾਲਕ ਦੀਨ ਰਸ਼ਕ ਸੰਕਟ ਹਰਨ ਹੈ, ਇਹ ਦੀਨਾਂ ਦੀ ਰੱਖਿਆ ਕਰੇਗਾ। ਦੀਨ ਦਾ ਅਰਥ ਧਰਮ ਵੀ ਹੈ, ਦੀਨ ਦਾ ਅਰਥ ਲੋੜਵੰਦ ਮਜਲੂਮ ਵੀ ਹੈ, ਗਰੀਬ ਵੀ ਹੈ। ਤੇ ਸੰਕਟ ਹਰਨ ਦਾ ਮਤਲਬ ਕਿ ਜੇ ਲੋੜ ਪਈ ਤੇ ਖੁਦ ਨੂੰ ਸੰਕਟ ਵਿੱਚ ਪਾ ਕੇ ਦੂਜਿਆਂ ਦਾ ਸੰਕਟ ਦੂਰ ਕਰੇਗਾ। ਅੱਜ ਵੀ ਤੁਹਾਨੂੰ ਕੋਈ ਪੁੱਛੇ ਕਿ ਅਸਲੀ ਤੇ ਨਕਲੀ ਗੁਰੂ ਵਿੱਚ ਕੀ ਫਰਕ ਹੈ, ਸੱਚੇ ਤੇ ਕੱਚੇ ਗੁਰੂ ਵਿੱਚ ਕੀ ਫਰਕ ਹੈ, ਤੇ ਦੱਸਿਆ ਕਰੋ ਕਿ ਜਿਹੜਾ ਸਤਿਗੁਰੂ ਖੁਦ ਨੂੰ ਸੰਕਟ ਵਿੱਚ ਪਾ ਕੇ ਦੂਜਿਆਂ ਦਾ ਸੰਕਟ ਹੱਲ ਕਰੇ ਉਹ ਸੱਚਾ ਗੁਰੂ ਹੈ, ਤੇ ਜਿਹੜੇ ਲੋਕਾਂ ਨੂੰ ਸੰਕਟ ਵਿੱਚ ਪਾ ਕੇ ਆਪ ਐਸ ਪ੍ਰਸਤੀ ਕਰਨ, ਇਹ ਨਿਸ਼ਾਨੀ ਹੈ ਉਹਨਾਂ ਦੇ ਕੱਚੇ ਪਿੱਲੇ ਹੋਣ ਦੀ। ਗੁਰੂ ਤਾਂ ਮਨੁੱਖਤਾ ਦਾ ਭਲਾ ਕਰਨ ਲਈ ਕਦੇ ਬਾਬਰ ਦੀ ਹਵਾਲਾਤ ਵੀ ਜਾਂਦਾ ਹੈ, ਕਦੇ ਲਾਹੌਰ ਦੀ ਤੱਤੀ ਤਵੀ ਤੇ ਬੈਠਦਾ ਹੈ, ਕਦੇ ਮਨੁੱਖਤਾ ਦੇ ਭਲੇ ਦੀ ਖਾਤਰ ਆਪਣੇ ਧੜ ਨਾਲੋਂ ਸੀਸ ਜੁਦਾ ਕਰਵਾ ਲੈਂਦਾ ਹੈ, ਤੇ ਜੇ ਲੋੜ ਪਵੇ ਤੇ ਸਰਬੰਸ ਤੱਕ ਵੀ ਕੁਰਬਾਨ ਕਰਨ ਤੋਂ ਗਰੇਜ ਨਹੀਂ ਕਰਦਾ। ਅੱਜ ਜੋ ਭਾਰਤ ਦੀ ਸਾਨੂੰ ਸੰਸਕ੍ਰਿਤੀ ਦਿਸ ਰਹੀ ਹੈ ਨਾ, ਇਹ ਨਹੀਂ ਸੀ ਹੋਣੀ। ਮੈਂ ਕਹਿੰਦਾ ਜੇ ਲਾਲ ਕਿਲੇ ਤੇ ਤਿਰੰਗਾ ਝੁੱਲਦਾ ਹੈ, ਜੇ ਪਾਰਲੀਮੈਂਟ ਤੇ ਤਿਰੰਗਾ ਝੁੱਲਦਾ ਹੈ, ਤੇ ਉਹਦਾ ਕਾਰਨ ਹੈ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਜਿੱਥੇ ਚਾਂਦਨੀ ਚੌਂਕ ਵਿਖੇ ਸੀਸਗੰਜ ਸਾਹਿਬ ਉਹਨਾਂ ਦੇ ਸਥਾਨ ਤੇ ਕੇਸਰੀ ਨਿਸ਼ਾਨ ਸਾਹਿਬ ਝੁੱਲਦਾ ਹੈ, ਰਕਾਬਗੰਜ ਸਾਹਿਬ ਵਿਖੇ ਕੇਸਰੀ ਨਿਸ਼ਾਨ ਸਾਹਿਬ ਝੁੱਲਦਾ ਹੈ, ਤੇ ਇਹਦੀ ਬਦੌਲਤ ਅੱਜ ਤਿਰੰਗੇ ਝੁੱਲ ਰਹੇ ਨੇ। ਜੇ ਕਿਤੇ ਗੁਰੂ ਤੇਗ ਬਹਾਦਰ ਸਾਹਿਬ ਸ਼ਹਾਦਤ ਨਾ ਦਿੰਦੇ ਤੇ ਇੱਥੇ ਤਿਰੰਗਾ ਨਹੀਂ ਸੀ ਝੁੱਲਣਾ, ਕਿਉਂਕਿ ਮੁਗਲਿਆ ਹਕੂਮਤ ਜਿਹਦੀਆਂ ਜੜ੍ਹਾਂ ਤਕਰੀਬਨ 7 ਸਦੀਆਂ ਤੋਂ ਇਸ ਭਾਰਤ ਦੀ ਧਰਤੀ ਤੇ ਲੱਗੀਆਂ ਸਨ। 1105 ਵਿੱਚ ਅਲਾਉਦੀਨ ਖਿਲਜੀ ਨੇ ਪੁੱਛਿਆ ਸੀ ਕਾਜੀ ਨੂੰ ਵੀ ਜੇ ਮੁਸਲਮਾਨ ਬਾਦਸ਼ਾਹ ਨੇ ਥੁੱਕਣਾ ਹੋਵੇ ਤੇ ਭਾਰਤ ਦੇ ਲੋਕਾਂ ਨੂੰ ਕੀ ਕਰਨਾ ਚਾਹੀਦਾ, ਤੇ ਕਾਜੀ ਨੇ ਕਿਹਾ ਸੀ ਭਾਰਤ ਦੇ ਲੋਕ ਧਰਤੀ ਦੀ ਨਿਆਈ ਨੇ, ਜਦੋਂ ਬਾਦਸ਼ਾਹ ਨੇ ਥੁੱਕਣਾ ਹੋਵੇ ਇਹਨਾਂ ਨੂੰ ਆਪਣਾ ਮੂੰਹ ਖੋਲ ਦੇਣਾ ਚਾਹੀਦਾ।
7 ਸਦੀਆਂ ਦਾ ਰਾਜ ਇੱਥੇ ਖਿਲਜੀ ਆਏ, ਇੱਥੇ ਗਜਨਵੀ ਆਏ ਮਹਿਮੂਦ ਗਜਨਵੀ ਦੇ ਰੂਪ ਵਿੱਚ, ਇੱਥੇ ਤੁਗਲਕ ਆਏ ਮੁਹੰਮਦ ਤੁਗਲਕ ਦੇ ਰੂਪ ਵਿੱਚ, ਇੱਥੇ ਲੋਧੀ ਆਏ ਇਬਰਾਹੀਮ ਸਿਕੰਦਰ ਲੋਧੀ ਦੇ ਰੂਪ ਵਿੱਚ, ਇੱਥੇ ਪਠਾਨ ਆਏ, ਇੱਥੇ ਮੁਗਲ ਆਏ। 7 ਸਦੀਆਂ ਦਾ ਰਾਜ, 7 ਸਦੀਆਂ ਦਾ ਜਿਹੜਾ ਜ਼ੁਲਮੀ ਰਾਜ ਦੀਆਂ ਡੂੰਘੀਆਂ ਜੜ੍ਹਾਂ ਸੀ, ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੇ ਹਿਲਾ ਦਿੱਤੀਆਂ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਉਹ ਜੜ੍ਹਾਂ ਪੁੱਟੀਆਂ ਗਈਆਂ। ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ, ਤਬ ਤੇ ਘਟੀ ਪਾਤਸ਼ਾਹੀ ਦਿੱਲੀ, ਤਬ ਤੇ ਤੁਰਕ ਕਲਾ ਭਈ ਢਿੱਲੀ। ਤੇ ਜਿਹੜੇ ਬਚਨ ਤੁਸੀਂ ਸੁਣ ਰਹੇ ਸੀ, ਆਮ ਕਰਕੇ ਅਸੀਂ ਇਹ ਸੁਣਦੇ ਹਾਂ ਕਿ ਕਿਸੇ ਚੌਂਕ ਵਿੱਚ ਕਿਸੇ ਦੀ ਅਰਥੀ ਦੇ ਨਾਲ ਮਿੱਟੀ ਦਾ ਭਾਂਡਾ ਕਿਸੇ ਨੇ ਭੰਨਿਆ ਹੋਵੇ, ਪਰ ਇਹ ਪਹਿਲੀ ਵਾਰ ਸੀ ਕਿ ਜ਼ੁਲਮੀਆਂ ਹਕੂਮਤ ਦੇ ਸਿਰ ਚਾਂਦਨੀ ਚੌਂਕ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਤਨ ਦਾ ਠੀਕਰਾ ਭੰਨਿਆ। ਠੀਕਰ ਫੋਰ, ਤਨ ਦਾ ਠੀਕਰਾ ਫੋੜ ਦਿੱਤਾ, ਭਾਂਡਾ ਭੰਨ ਦਿੱਤਾ। ਕਿਹਦੇ ਸਿਰ? ਦਲੀਸ ਸਿਰ। ਦਿੱਲੀ ਪਤ, ਦਿੱਲੀ ਦੇ ਰਾਜੇ ਜਿਹੜਾ ਬਹੁਤ ਜ਼ੁਲਮ ਕਰ ਰਿਹਾ ਸੀ, ਤੇ ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਤਨ ਦਾ ਠੀਕਰਾ ਭੰਨਿਆ ਤੇ ਸੱਚਮੁੱਚ ਇਸ ਦੇਸ਼ ਦੀ ਜੋ ਅੱਜ ਸੰਸਕ੍ਰਿਤੀ ਹੈ ਉਹ ਕਾਇਮ ਹੈ। ਜੇ ਕਿਤੇ ਸਤਿਗੁਰੂ ਜੀ ਇਹ ਪਰਉਪਕਾਰ ਨਾ ਕਰਦੇ ਤੇ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ, ਛਾਏ ਜਾਤੀ ਏਕਤਾ ਅਨੇਕਤਾ ਵਲਾਏ ਜਾਤੀ, ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ, ਪਾਪ ਹੀ ਪਰਪੱਕ ਜਾਤੇ ਧਰਮ ਤਸਕ ਜਾਤੇ, ਬਰਨ ਗਰਕ ਜਾਤੇ ਸਹਿਤ ਵਿਧਾਨ ਕੀ, ਦੇਵੀ ਦੇਵਾ ਦੇਹੁਰਾ ਸੰਤੋਖ ਸਿੰਘਾ ਦੂਰ ਹੋਤੇ, ਮਿਟ ਜਾਤੀ ਰੀਤ ਕਥਾ ਬੇਦਨ ਪੁਰਾਨ ਕੀ, ਸ਼੍ਰੀ ਗੁਰੂ ਗੋਬਿੰਦ ਸਿੰਘ ਪਵਨ ਪਾਵਨ ਸੂਰ, ਮੂਰਤ ਨਾ ਹੋਤੀ ਜੋ ਪੈ ਕਰੁਣਾ ਨਿਧਾਨ ਕੀ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ, ਉਹਨਾਂ ਨੇ ਸਭ ਤੋਂ ਪਹਿਲਾਂ ਕਿਰਤ ਦਾ ਜਹਾਜ਼ ਜਿਹੜਾ ਉਹ ਪਾਰ ਕੀਤਾ ਹੈ। ਦਾਸ ਗੁਰਦਾਸਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਤੇ ਬਾਬਾ ਬਕਾਲਾ ਸਾਹਿਬ ਸਾਡੇ ਪਿੰਡਾਂ ਤੋਂ ਤਕਰੀਬਨ 30-40 ਕਿਲੋਮੀਟਰ ਤੇ ਹੈ। ਤੇ ਅੱਜ ਵੀ ਜਦੋਂ ਕਿਤੇ ਖੇਤੀ ਪੱਕਣ ਤੇ ਆਈ ਹੋਵੇ, ਉੱਪਰ ਬੱਦਲ ਮੰਡਰਾ ਰਹੇ ਹੋਣ, ਤੇ ਸਾਡੇ ਬਜ਼ੁਰਗ ਇੱਕ ਅਰਦਾਸ ਕਰਦੇ ਸਨ, ਗੁਰੂ ਤੇਗ ਬਹਾਦਰ ਸਾਹਿਬ ਆ ਜਿਹੜਾ ਕਿਰਤ ਦਾ ਬੇੜਾ ਨਾ, ਕਿਰਪਾ ਕਰੀ ਇਹਨੂੰ ਡੁੱਬਣ ਤੋਂ ਬਚਾ ਲਵੀਂ, ਪਾਰ ਕਰ ਦੇਈਂ। ਭਾਈ ਮੱਖਣ ਸ਼ਾਹ ਦਾ ਵਿਸ਼ਵਾਸ ਕਿ ਕਿਰਤ ਦਾ ਜਹਾਜ਼ ਸੂਰਤ ਬੰਦਰਗਾਹ ਤੇ ਜਦੋਂ ਖਤਰੇ ਵਿੱਚ ਹੋਇਆ, ਦਲਦਲ ਵਿੱਚ ਧਸਿਆ ਤੇ ਅੰਦਰੋਂ ਜੁੜ ਕੇ ਅਰਦਾਸ ਕੀਤੀ ਤੇ ਸਤਿਗੁਰਾਂ ਦੀ ਕਿਰਪਾ ਸਦਕਾ ਜਦੋਂ ਬੇੜਾ ਪਾਰ ਲੱਗਾ ਤੇ ਸਿੱਖ ਨੇ ਫਿਰ ਆ ਕੇ ਸ਼ੁਕਰਾਨਾ ਕੀਤਾ। ਪਰ ਕੀ ਵੇਖਿਆ ਵੀ ਗੱਲ ਕੇਵਲ ਮੇਰੇ ਬੇੜੇ ਦੀ ਨਹੀਂ, ਜੇ ਮੈਂ ਸਵਾਰਥੀ ਹੁੰਦਾ ਮੇਰਾ ਬੇੜਾ ਤੇ ਪਾਰ ਹੋ ਗਿਆ, ਪਰ ਉਹ ਬੜਾ ਸਿਆਣਾ ਸਿੱਖ ਸੀ, ਕਹਿਣ ਲੱਗਾ ਗੱਲ ਮੇਰੇ ਬੇੜੇ ਦੀ ਨਹੀਂ, ਗੱਲ ਤਾਂ ਸਿੱਖੀ ਦੇ ਬੇੜੇ ਦੀ ਹੈ। ਉੱਥੇ ਤੂਫਾਨ ਆਇਆ ਤੇ ਮੇਰਾ ਕਿਰਤ ਦਾ ਬੇੜਾ ਡੁੱਬਣ ਲੱਗਾ। ਇੱਥੇ 22 ਨਕਲੀ ਦੰਭੀ ਗੱਦੀਆਂ ਲਾ ਕੇ ਬੈਠੇ ਨੇ ਤੇ ਇਹ ਤੂਫਾਨ ਸਿੱਖੀ ਦੇ ਬੇੜੇ ਲਈ ਖਤਰਾ ਹੈ। ਉਦੋਂ ਫਿਰ ਜੋਦੜੀ ਕੀਤੀ, ਗੁਰੂ ਤੇਗ ਬਹਾਦਰ ਸਾਹਿਬ ਪ੍ਰਗਟ ਹੋਵੋ, ਆ ਸਿੱਖੀ ਦਾ ਬੇੜਾ ਪਾਰ ਕਰੋ। ਤੇ ਜਦੋਂ 22 ਨਕਲੀ ਦੰਭੀਆਂ ਪਖੰਡੀਆਂ ਨੂੰ ਛੱਡ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਪ੍ਰਗਟ ਕੀਤਾ, ਕੋਠੇ ਦੀ ਛੱਤ ਤੇ ਚੜ੍ਹ ਕੇ ਆਵਾਜ਼ ਦਿੱਤੀ, ਭੁੱਲੀਏ ਸੰਗਤੇ ਸਾਚਾ ਗੁਰ ਲਾਧੋ ਰੇ। ਤੇ ਗੁਰੂ ਤੇਗ ਬਹਾਦਰ ਸਾਹਿਬ ਬੜੇ ਪ੍ਰਸੰਨ ਹੋਏ, ਕਹਿਣ ਲੱਗੇ, ਸਿੱਖਾ ਅੱਜ ਬੜੀ ਖੁਸ਼ੀ ਹੋਈ, ਗੁਰੂ ਨਾਨਕ ਦਾ ਸਿੱਖ ਬੜਾ ਸਿਆਣਾ ਹੈ, ਹੁਣ ਕੋਈ ਪਰਵਾਹ ਨਹੀਂ, ਅੱਜ ਤੋਂ ਬਾਅਦ ਇਹ 22 ਨਕਲੀ 22 ਲੱਖ ਤੱਕ ਵੀ ਪਹੁੰਚ ਜਾਣ, ਪਰ ਜਿਹੜਾ ਮੇਰਾ ਸਿੱਖ ਹੋਵੇਗਾ ਉਹ ਗੁਰੂ ਗ੍ਰੰਥ ਸਾਹਿਬ ਵੱਲ ਆਵੇਗਾ। ਇਹ ਭਾਈ ਮੱਖਣ ਸ਼ਾਹ ਨੇ ਦੱਸ ਦਿੱਤਾ ਕਿ ਪਖੰਡੀ ਤਾਂ ਇੱਕ ਨਹੀਂ ਮਾਣ ਹੁੰਦਾ, ਪਰ 22 ਪਖੰਡੀ ਜਿੱਥੇ ਬੈਠੇ ਸਨ ਉਹਨਾਂ ਨੂੰ ਕੰਡੈਮ ਕਰਨਾ ਨਹੀਂ ਤਾਂ ਲੋਕੀ ਵੇਖੋ ਵੇਖੀ ਮੱਥਾ ਟੇਕੀ ਜਾਂਦੇ। ਕਈ ਕਹਿੰਦੇ ਨੇ ਜੀ ਵੇਖੋ ਕਿਤੇ ਇਹ ਸ਼ਰਾਬ ਹੀ ਨਾ ਦੇ ਦੇ, ਆਪਾਂ ਇਹਦੀ ਨਿੰਦਿਆ ਕਿਉਂ ਕਰਨੀ ਹੈ। ਪਰ ਭਾਈ ਮੱਖਣ ਸ਼ਾਹ ਨੇ ਦੱਸ ਦਿੱਤਾ ਕਿ ਜੇ 22 ਨਕਲੀ ਦੰਭੀ ਵੀ ਬੈਠੇ ਹੋਣ ਤੇ ਤੁਸੀਂ ਗੁਰੂ ਨਾਨਕ ਜੋਤ ਵੱਲ ਆਉਣਾ ਹੈ। ਅੱਜ ਵੀ ਜੇ ਕੋਈ ਸਾਨੂੰ ਕਵੇ ਵੀ ਫਲਾਣੀ ਜਗ੍ਹਾ ਤੇ ਰੱਬ ਸਰੀਰ ਧਾਰਨ ਕਰਕੇ ਆਇਆ ਹੈ, ਪਰ ਜਿਹੜਾ ਗੁਰੂ ਦਾ ਸਿੱਖ ਹੋਵੇਗਾ ਉਹ ਗੁਰੂ ਗ੍ਰੰਥ ਸਾਹਿਬ ਵਾਲੇ ਪਾਸੇ ਆਵੇਗਾ, ਕਿਉਂਕਿ ਪੁਰਾਤਨ ਸਿੱਖਾਂ ਦਾ ਇਹ ਨਾਅਰਾ ਹੁੰਦਾ ਸੀ, 10ਵਾਂ ਪਾਤਸ਼ਾਹ ਗੱਦੀ ਗੁਰਿਆਈ ਦੀ ਗੁਰੂ ਗ੍ਰੰਥ ਸਾਹਿਬ ਨੂੰ ਹੈ ਦੇ ਗਿਆ। ਅੱਜ ਤੋਂ ਪ੍ਰਤੱਖ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਹੋਇਆ, ਸੋਈ ਗਿਆ ਜਿਹੜਾ ਗੁਰੂ ਗ੍ਰੰਥ ਸਾਹਿਬ ਤੋਂ ਗਿਆ।
ਸਤਿਗੁਰਾਂ ਨੇ ਕਿਰਤ ਦਾ ਬੇੜਾ ਪਾਰ ਕੀਤਾ। ਤੇ ਜਦੋਂ ਕਿਸੇ ਦਾ ਬੇੜਾ ਪਾਰ ਕਰਨਾ ਹੋਵੇ ਤੇ ਸੱਚਮੁੱਚ ਜਿਵੇਂ ਕੋਈ ਚਿੱਕੜ ਵਿੱਚ ਡਿੱਗਿਆ ਹੋਵੇ ਤੇ ਉਹਨੂੰ ਚਿੱਕੜ ਵਿੱਚੋਂ ਕੱਢਣ ਲਈ ਚਿੱਕੜ ਵਿੱਚ ਛਾਲ ਮਾਰਨੀ ਪੈਂਦੀ ਹੈ। ਕੋਈ ਅੱਗ ਵਿੱਚ ਫਸਿਆ ਹੋਵੇ ਤੇ ਅੱਗ ਵਿੱਚ ਕੁੱਦਣਾ ਪੈਂਦਾ ਹੈ। ਇੰਜ ਕਹਿ ਲਈਏ ਕਿ ਖੁਦ ਨੂੰ ਸੰਕਟ ਵਿੱਚ ਪਾ ਕੇ ਹੀ ਦੂਜਿਆਂ ਦਾ ਜਿਹੜਾ ਸੰਕਟ ਹੈ ਉਹ ਹੱਲ ਕੀਤਾ ਜਾ ਸਕਦਾ ਹੈ। ਦੂਸਰਾ, ਜਦੋਂ ਔਰੰਗਜ਼ੇਬ ਦਾ ਜ਼ੁਲਮੀ ਰਾਜ ਸੀ, ਕਿਸੇ ਕਵੀ ਨੇ ਲਿਖਿਆ ਕਿ ਸਾਗਰ ਜ਼ੁਲਮ ਦੇ ਵਿੱਚ ਤੂਫਾਨ ਆਇਆ, ਬੇੜਾ ਧਰਮ ਦਾ ਡਾਵਾਂਡੋਲ ਹੋਇਆ। ਔਰੰਗਜ਼ੇਬ ਦੇ ਸਮੇਂ ਤਹਿਲਕਾ ਮੱਚੀ ਹੋਈ ਸੀ। ਉਹਨੇ ਸਭ ਤੋਂ ਪਹਿਲਾਂ ਰਾਜ ਭਾਗ ਪ੍ਰਾਪਤ ਕਰਨ ਲਈ ਆਪਣੇ ਪਿਤਾ ਨੂੰ ਕੈਦਖਾਨੇ ਵਿੱਚ ਬੰਦ ਕੀਤਾ, ਸਕੇ ਭਰਾਵਾਂ ਦਾ ਕਤਲ ਕੀਤਾ, ਸਕੀ ਭੈਣ ਰੋਸ਼ਨ ਆਰਾ ਨੂੰ ਕੈਦਖਾਨੇ ਵਿੱਚ ਸੁੱਟਿਆ, ਸਕੀ ਬੇਟੀ ਜੇਬੁਲ ਨਿਸਾ ਜਿਹੜੀ ਫਾਰਸੀ ਦੀ ਕਵਿੱਤਰੀ ਸੀ, ਕੇਵਲ ਉਹਨੇ ਇੰਨਾ ਹੀ ਕਿਹਾ ਬਾਗ ਵਿੱਚ ਟਹਿਲਦਿਆਂ ਇੱਕ ਕੋਇਲ ਨੂੰ ਵੀ ਤੈਨੂੰ ਨਹੀਂ ਪਤਾ ਮੇਰੇ ਅੱਬਾ ਹਜੂਰ ਦੀ ਹਕੂਮਤ ਹੈ ਤੇ ਉਹਨੇ ਰਾਗ ਵਿਦਿਆ, ਸੰਗੀਤ ਵਿਦਿਆ ਤੇ ਪਾਬੰਦੀ ਲਾਈ ਹੈ ਤੇ ਤੂੰ ਬੜੀ ਮਿੱਠੀ ਸੁਰ ਅਲਾਪ ਰਹੀ ਹੈ। ਔਰੰਗਜ਼ੇਬ ਨੂੰ ਜਦੋਂ ਪਤਾ ਲੱਗਾ ਵੀ ਮੇਰੀ ਬੇਟੀ ਮੇਰੇ ਤੇ ਕਟਾਸ ਕਰਦੀ ਹੈ, ਹੁਕਮ ਦਿੱਤਾ ਇਹਨੂੰ ਸੋਨੇ ਦੀਆਂ ਜੰਜੀਰਾਂ ਵਿੱਚ ਜਕੜ ਦਿਓ। ਉਹ ਔਰੰਗਜ਼ੇਬ ਜਿਹਦੇ ਸਾਹਮਣੇ ਸਰਮੱਦ ਮੁਸਲਮਾਨ ਫਕੀਰ ਕੇਵਲ ਇੰਨਾ ਕਹਿੰਦਾ ਵੀ ਤੂੰ ਤਨ ਦਾ ਰਾਜਾ ਹੈ, ਮੈਂ ਮਨ ਦਾ ਰਾਜਾ ਹਾਂ, ਤੇਰੇ ਲਈ ਦਿੱਲੀ ਦਾ ਤਖਤ ਹੈ, ਮੇਰੇ ਲਈ ਸਾਰੀ ਧਰਤੀ ਤਖਤ ਹੈ, ਤੈਨੂੰ ਖਤਰਾ ਤੇਰੀਆਂ ਫੌਜਾਂ ਨੇ ਪਰ ਮੈਨੂੰ ਖਤਰਾ ਕੋਈ ਨਹੀਂ, ਇਸ ਕਰਕੇ ਮੈਨੂੰ ਫੌਜ ਦੀ ਲੋੜ ਨਹੀਂ। ਬਸ ਇੰਨਾ ਸੁਣਨ ਦੀ ਦੇਰ ਸੀ ਜਿਵੇਂ ਕਿਸੇ ਵਿਦਵਾਨ ਦੇ ਬੋਲ ਨੇ ਵੀ ਇੱਕ ਵਾਰ ਕਿਸੇ ਬੇੜੀ ਦੇ ਵਿੱਚ ਇੱਕ ਮੁਸਾਫਰ ਮਲਾਹ ਨੂੰ ਪੁੱਛਣ ਲੱਗਾ ਵੀ ਤੈਨੂੰ ਲੋਕੀ ਮਲਾਹ ਨਾ ਖੁਦਾ ਕਹਿੰਦੇ ਨੇ, ਪਰ ਤੂੰ ਸੁਣਿਆ ਵੀ ਇੱਕ ਮਲਾਹ ਤੇਰੇ ਤੋਂ ਵੀ ਵੱਡਾ ਹੈ ਜਿਹਨੂੰ ਲੋਕੀ ਖੁਦਾ ਕਹਿੰਦੇ ਨੇ। ਉਹ ਇੰਨਾ ਸੁਣਨਾ ਪਸੰਦ ਨਹੀਂ ਸੀ ਕਰਦਾ ਵੀ ਮੇਰੇ ਤੋਂ ਵੱਡਾ ਵੀ ਮਲਾਹ ਕੋਈ ਹੈ। ਕਹਿੰਦੇ ਉਹਨੇ ਬੇੜੀ ਡੋਬ ਦਿੱਤੀ ਤੇ ਮੁਸਾਫਰ ਜਦੋਂ ਤਰ ਕੇ ਬਾਹਰ ਆਏ ਤੇ ਕਿਸੇ ਨੇ ਪੁੱਛਿਆ ਵੀ ਕੀ ਖਤਾ ਹੋਈ, ਕਿਹੜੀ ਭੁੱਲ ਹੋ ਗਈ ਵੀ ਬੇੜੀ ਕਿਉਂ ਡੋਬੀ? ਕਹਿਣ ਲੱਗੇ ਇੰਨੀ ਕੁ ਭੁੱਲ ਕਿ ਡੂਬੀ ਕਿਸ਼ਤੀ ਲਬੇ ਸਾਹਿਲ, इतनी सी खता पर के एक ना खुदा को कहा कि खुदा और भी है। बस औरंगजेब नूं इनकार पसंद नहीं सी। जदों सरमद ने कहा ना कि तेरे ते मेरे विच ये फर्क है, तू शहनशाह मैं दर का गदा, है रूह एक तकदीरें दो, तू तख्त नशी मैं खाक नशी, है मुल्क एक जगीरें दो, तू कलम बंद मैं जुबां बंद, है बंदिश एक जंजीरें दो, तू माल मस्त मैं हाल मस्त, है नशा एक तसीरें दो, तू गुले चमन मैं खारे दस्त, है नकाश एक तस्वीरें दो, तू हरमों में मैं जंगलों में, है मकान एक तमीरें दो, तेरी जुदा पसंद है मेरी जुदा पसंद है, तुझे खुद ही पसंद है मुझे खुदा पसंद है। बस इन्ना सुनने की देर औरंगजेब कहन लगा गुस्ताख फकीर का सिर कलम कर दो। वो औरंगजेब जिन्हें अपने परिवार नूं नहीं बख्शिया, साहबजादियां नूं जदों लालच दिता ना तो मैं शाह को मेल करावैं भी तुसीं ईन मन लवो, असीं औरंगजेब नाल तुहाडी मुलाकात करावांगे। ते साहबजादियां ने कहा सी किहड़ा औरंगजेब ਜਿਹੜਾ ਇੱਕ ਪਾਸੇ ਕੁਰਾਨ ਪੜ੍ਹਦਾ ਤੇ ਦੂਜੇ ਪਾਸੇ ਬਾਪ ਨੂੰ ਕੈਦ ਵਿੱਚ ਸੁੱਟਦਾ, ਜਿਹੜਾ ਇੱਕ ਪਾਸੇ ਕੁਰਾਨ ਪੜ੍ਹਦਾ ਦੂਜੇ ਪਾਸੇ ਕੁਰਾਨ ਦੀਆਂ ਕਸਮਾਂ ਖਾ ਕੇ ਤੋੜ ਦਿੰਦਾ, ਜਿਹਦੇ ਲਈ ਭਰਾਵਾਂ ਦਾ ਕਤਲ ਹੋਣਾ ਇੱਕ ਮਾਮੂਲੀ ਜੀ ਗੱਲ ਹੋਵੇ, ਜਿਹਦੇ ਲਈ ਪਿਤਾ ਦੇ ਮਰਨ ਦੀ ਖਬਰ ਇੱਕ ਬੜੀ ਖੁਸ਼ੀ ਦੀ ਖਬਰ ਹੋਵੇ। ਸਾਹਿਬਜ਼ਾਦਿਆਂ ਕਿਹਾ ਅਸੀਂ ਨਹੀਂ ਮਿਲਣਾ ਉਸ ਔਰੰਗਜ਼ੇਬ ਨੂੰ, ਉਸ ਔਰੰਗਜ਼ੇਬ ਤੋਂ ਦੂਰ ਹੀ ਚੰਗੇ ਆ, ਐਸਾ ਜ਼ੁਲਮੀ ਰਾਜਾ। जोगी अल्लाह जार खां ने लिखिया, साहबजादियां ने कहा सी पढ़ के कुरान बाप को करता जो कैद हो, कतले बिरादरां जिसे मामूली शैद हो, पिता का मरना जिसे खुशी की नवैद हो। वो औरंगजेब जिन्हें पहला लालच दिते डरावे दिते ते फिर जे ना कोई इस्लाम धारण करे तो उहदा हुक्म सी भी इहदा सिर कलम कर दिओ। ਗਿਆਨੀ ਗਿਆਨ ਸਿੰਘ ਜੀ ਨੇ ਪੰਥ ਪ੍ਰਕਾਸ਼ ਵਿੱਚ ਲਿਖਿਆ, ਔਰੰਗਜ਼ੇਬ ਦੀ ਨੀਤੀ ਸੀ ਕਿਛ ਲੋਭ ਦਿਖਾਏ, ਜ਼ੁਲਮ ਕਰਾਏ,
ਤੁਰਕ ਬਣਾਏ ਬਹੁ ਹਿੰਦੂ, ਬਹੁ ਤੱਗ ਲਹਾਵਤ ਤਿਲਕ ਚਟਾਵਤ ਅਤ ਸਤਾਵੇਂ ਤੁਰਕ ਹਿੰਦੂ। ਜਦੋਂ ਇਸ ਤਰ੍ਹਾਂ ਦੀ ਤਹਿਲਕਾ ਮੱਚੀ ਹੋਈ ਸੀ ਨਾ, ਤੇ ਖਾਸ ਕਰਕੇ ਕਸ਼ਮੀਰੀ ਪੰਡਤਾਂ ਨੂੰ ਪਹਿਲਾਂ ਚੁਣਿਆ ਗਿਆ ਵੀ ਜੇ ਇਹ ਵਿਦਵਾਨ ਇਸਲਾਮ ਧਾਰਨ ਕਰ ਲੈਣ ਤੇ ਬਾਕੀ ਸਾਰੇ ਦੇ ਸਾਰੇ ਹਿੰਦੂ ਆਪਣੇ ਆਪ ਮੁਸਲਮਾਨ ਬਣ ਜਾਣਗੇ, ਉਸ ਵੇਲੇ ਆਪਣੇ ਧਰਮ ਦੀ ਬੇੜੀ ਨੂੰ ਖਤਰੇ ਵਿੱਚ ਜਾਣ ਕੇ ਕਸ਼ਮੀਰ ਦੀ ਧਰਤੀ ਤੋਂ 16 ਬ੍ਰਾਹਮਣਾਂ ਦਾ ਇੱਕ ਵਫਦ ਪੰਡਤ ਕਿਰਪਾ ਰਾਮ ਉਹਦੀ ਅਗਵਾਈ ਵਿੱਚ ਜਦੋਂ ਅਨੰਦਪੁਰ ਸਾਹਿਬ ਪਹੁੰਚਦਾ ਹੈ ਨਾ, ਤੇ ਆਪਣੀਆਂ ਸੁਰਤਾਂ ਨੂੰ ਅਨੰਦਪੁਰ ਸਾਹਿਬ ਲੈ ਕੇ ਜਾਓ ਵੀ ਹੱਥ ਜੁੜੇ ਹੋਏ ਨੇ ਉਹਨਾਂ ਹਿੰਦੂ ਪੰਡਤਾਂ ਦੇ, ਨੀਵੀਆਂ ਪਈਆਂ ਹੋਈਆਂ ਨੇ, ਚਿਹਰੇ ਦਾ ਰੰਗ ਪੀਲਾ, ਲੰਮੇ ਲੰਮੇ ਹੌਕੇ ਲੈ ਕੇ ਉਹ ਤਰਲੇ ਕਰ ਰਹੇ ਨੇ। ਬਾਲਕ ਗੋਬਿੰਦ ਰਾਏ ਜੀ ਨੇੜੇ ਖੜੇ ਨੇ, ਵੇਖ ਰਹੇ ਨੇ। ਪੰਡਤ ਕਿਰਪਾ ਰਾਮ ਦੱਤ ਨੇ ਕਿਹਾ, ਸਤਿਗੁਰੂ ਜੀ ਸਾਰੇ ਹੀਲੇ ਖਤਮ ਹੋ ਗਏ ਨੇ, ਔਰੰਗਜ਼ੇਬ ਦੇ ਜ਼ੁਲਮ ਰੂਪੀ ਤੂਫਾਨ ਵਿੱਚ ਸਾਡੀ ਬੇੜੀ ਡੁੱਬਣ ਲੱਗੀ ਹੈ, ਕਿਰਪਾ ਕਰੋ। ਉਹਨੇ ਤਰਲਾ ਕੀਤਾ, ਹਾਥ ਜੋਰ ਕਹਿਓ ਕਿਰਪਾ ਰਾਮ, ਦੱਤ ਬ੍ਰਾਹਮਣ ਮਟਨ ਗ੍ਰਾਮ, ਹੇ ਗੁਰ ਤੇਗ ਬਹਾਦਰ ਰਾਈ, ਹਮਰੋ ਬਲ ਅਬ ਰਹਿਓ ਨ ਕਾਈ, ਗੱਜ ਕੇ ਬੰਧਨ ਕਾਟਣ ਹਾਰੇ, ਤੁਮ ਗੁਰ ਨਾਨਕ ਹੋ ਅਵਤਾਰੇ। ਤੁਹਾਡੇ ਬਚਨ ਨੇ ਵੀ ਜਦੋਂ ਬਲ ਮੁੱਕ ਜਾਵੇ ਤੇ ਬੰਧਨ ਪੈ ਜਾਂਦੇ ਨੇ, ਫਿਰ ਮਾਲਕ ਅੱਗੇ ਫਰਿਆਦ ਕਰੀਏ ਤੇ ਮਾਲਕ ਬਲ ਦਿੰਦਾ, ਬੰਧਨ ਕੱਟੇ ਜਾਂਦੇ ਨੇ। ਕਿਉਂਕਿ ਪੰਡਤ ਕਿਰਪਾ ਰਾਮ ਇਹਦੇ ਵੱਡੇ ਵਡੇਰੇ ਸਨ। ਬ੍ਰਹਮਦਾਸ ਜਿਹੜੇ ਮਟਨ ਨਾਮੀ ਸਥਾਨ ਤੇ ਕਦੇ ਗੁਰੂ ਨਾਨਕ ਸਾਹਿਬ ਜੀ ਨੂੰ ਮਿਲੇ ਸਨ, ਤੇ ਗੁਰੂ ਨਾਨਕ ਸਾਹਿਬ ਜੀ ਨੇ ਦੱਸਿਆ ਸੀ ਧਾਰਮਿਕ ਗ੍ਰੰਥਾਂ ਦਾ ਪਾਠ ਪਠਨ ਗਿਣਤੀ ਮਿਣਤੀ ਵਾਲਾ ਨਹੀਂ, ਜਾਂ ਵੱਡੀਆਂ ਸਭਾਵਾਂ ਵਿੱਚ ਬਹਿਸ ਕਰਕੇ ਦੂਜੇ ਨੂੰ ਹਰਾਉਣਾ ਨਹੀਂ, ਇਹ ਤਾਂ ਆਤਮਿਕ ਬਲ ਹੈ। ਅੱਜ ਵੀ ਸਿੱਖੋ ਸੈਂਕੜੇ ਪਾਠ ਹੋ ਰਹੇ ਨੇ, ਪਰ ਜੀਵਨ ਉਦਣ ਬਦਲੇਗਾ ਜਿੱਦਣ ਖੁਦ ਗੁਰੂ ਗ੍ਰੰਥ ਸਾਹਿਬ ਦਾ ਪਾਠ ਹਰ ਸਿੱਖ ਕਰੇਗਾ। ਉਸ ਦਿਨ ਸਿੱਖ ਮਾਣ ਨਾ ਕਵੇਗਾ ਅੱਜ ਮੈਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇ ਨੇ। ਬਾਣੀ ਦੇ ਦਰਸ਼ਨ, ਰੂਹ ਦੇ ਦਰਸ਼ਨ, ਜਦੋਂ ਅਕਾਲ ਪੁਰਖ ਦੀ ਧੁਰ ਕੀ ਬਾਣੀ ਨੂੰ ਖੁਦ ਸਿੱਖ ਪੜ੍ਹੇਗਾ ਤੇ ਉਸ ਦਿਨ ਗੱਲ ਬਣਨੀ ਹੈ। ਪੰਡਤ ਕਿਰਪਾ ਰਾਮ ਉਹਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੇਨਤੀ ਕੀਤੀ, ਪਾਤਸ਼ਾਹ ਆਪ ਦੀ ਬਾਣੀ ਨੂੰ ਪੜ੍ਹਿਆਂ ਪਤਾ ਲੱਗਦਾ ਹੈ ਕਿ ਤੁਸੀਂ ਧਰੂ ਦੀ ਅਟਲਤਾ ਦਾ ਜ਼ਿਕਰ ਕੀਤਾ, ਤੁਸੀਂ ਗੱਜ ਹਾਥੀ ਦੀ ਪੁਕਾਰ ਦਾ ਜ਼ਿਕਰ ਕੀਤਾ, ਤੇ ਨਾਲ ਤੁਸੀਂ ਇਹ ਸਮਝਾਇਆ ਕਿ ਜਦੋਂ ਗੱਜ ਪੁਕਾਰ ਕਰੇਗਾ ਤੇ ਤੰਦੂਏ ਦੀ ਹਾਰ ਬਿਲਕੁਲ ਲਾਜ਼ਮੀ ਹੈ। ਤੁਹਾਡੀ ਬਾਣੀ ਵਿੱਚ ਧਰੂ ਦੀ ਅਟਲਤਾ, ਗੱਜ ਦੀ ਪੁਕਾਰ ਤੇ ਤੰਦੂਏ ਦੀ ਹਾਰ। ਅੱਜ ਤੰਦੂਆ ਜੇ ਔਰੰਗਜ਼ੇਬ, ਤੇ ਅੱਜ ਪੁਕਾਰਨ ਵਾਸਤੇ ਅਸੀਂ ਉਸ ਹਾਥੀ ਦੀ ਨਿਆਈ ਖੜੇ ਹਾਂ। ਕਿਰਪਾ ਕਰੋ, ਤੁਹਾਡੇ ਬਚਨ ਨੇ ਬਲ ਛੁੱਟ ਕਿਓ ਬੰਧਨ ਪਰੇ, ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ, ਗੱਜ ਜਿਉ ਹੋ ਸਹਾਏ। ਤੇ ਤੁਸੀਂ ਆਪ ਹੀ ਉੱਤਰ ਦਿੱਤਾ, ਬਲ ਹੁਆ ਬੰਧਨ ਛੁਟੇ, ਸਭ ਕਿਛ ਹੋਤ ਉਪਾਏ, ਨਾਨਕ ਸਭ ਕਿਛ ਤੁਮਰੈ ਹਾਥ ਮੈਂ, ਤੁਮ ਹੀ ਹੋਤ ਸਹਾਈ। ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਿੱਚ ਜਿੱਥੇ ਤਿਆਗ ਹੈ, ਤੇ ਤਿਆਗ ਅਜਿਹੀ ਪ੍ਰੇਰਨਾ ਦਾ ਸੂਚਕ ਨਹੀਂ ਵੀ ਘਰ ਛੱਡ ਦਿਓ। ਤਿਆਗ ਦਾ ਮਤਲਬ ਹੈ ਸਾਧੂ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਐਨਸ ਭਾਗੋ। ਵੀ ਕਿਰਤ ਨਾ ਤਿਆਗੋ, ਬੱਚੇ ਨਾ ਛੱਡੋ, ਘਰ ਨਾ ਛੱਡੋ, ਜੇ ਲੋੜ ਪਏ ਤੇ ਮਜਲੂਮਾਂ ਦੀ ਖਾਤਰ ਆਪਣਾ ਤਨ ਤੱਕ ਤਿਆਗ ਦਿਓ। ਭਾਰਤ ਭਰਿਆ ਪਿਆ ਸੀ ਤਿਆਗੀਆਂ ਨਾਲ, ਸੰਨਿਆਸੀਆਂ ਨਾਲ, ਪਰ ਉਹ ਘਰ ਛੱਡ ਕੇ ਤਿਆਗੀ ਸਨ, ਬੱਚੇ ਛੱਡ ਕੇ, ਪਰਿਵਾਰ ਛੱਡ ਕੇ ਤਿਆਗੀ ਸਨ। ਪਰ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣ ਕੇ ਕੋਈ ਤਿਆਰ ਨਹੀਂ ਹੋਇਆ ਵੀ ਅਸੀਂ ਤਨ ਤਿਆਗਦੇ ਹਾਂ। ਉਹ ਤਿਆਗ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤਾ। ਵੀ ਉਵੇਂ ਕਾਹਦਾ ਤਿਆਗ ਵਿਖਾਵੇ ਵਾਲਾ ਜੀ, ਵੇਖੋ ਆਪਾਂ ਘਰ ਛੱਡ ਦਿੱਤਾ, ਆਪਾਂ ਪਰਬਤਾਂ ਤੇ ਚਲੇ ਗਏ। ਸਾਹਿਬ ਕਹਿੰਦੇ ਜਦੋਂ ਦੇਸ਼ ਕੌਮ ਖਤਰੇ ਵਿੱਚ ਹੋਵੇ, ਜੇ ਤਿਆਗ ਵਿਖਾਉਣਾ ਹੈ ਨਾ, ਤੇ ਆਹ ਤਿਆਗ ਵਿਖਾਓ ਵੀ ਫਿਰ ਕੁਰਬਾਨ ਹੋਣ ਲਈ ਤਿਆਰ ਹੋ ਜਾਓ। ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਿੱਚ ਵਿਰਾਗ ਹੈ। ਵਿਰਾਗ ਕੋਈ ਹੀਣ ਭਾਵਨਾ ਵਾਲਾ ਨਹੀਂ, ਸਗੋਂ ਸਾਹਿਬ ਨੇ ਜੀਵਨ ਵਿੱਚੋਂ ਵਿਖਿਆ ਦਾ ਤਿਆਗ ਕਰਕੇ ਸ਼ੁਭ ਗੁਣਾਂ ਨੂੰ ਧਾਰਨ ਕਰਨ ਦੀ ਪ੍ਰੇਰਨਾ ਕੀਤੀ ਹੈ।
ਜਿਹ ਵਿਖਿਆ ਸਗਲੀ ਤਜੀ ਲਿਓ ਭੇਖ ਬੈਰਾਗ, ਕਹੋ ਨਾਨਕ ਸੁਨ ਰੇ ਮਨਾ ਤਿਹ ਨਰ ਮਾਥੈ ਭਾਗ। ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ, ਗੁਰ ਉਪਦੇਸ਼ ਗੁਰ ਸਿੱਖ ਗਰੇ ਮੈਂ ਬਰਾਗੀ, ਗਰੇ ਤਜ ਬਨ ਖੰਡ ਹੋਤ ਨਾ ਉਧਾਰ ਜੀ। ਤੇ ਗੁਰੂ ਰਾਮਦਾਸ ਜੀ ਨੇ ਸਾਨੂੰ ਲਾਵਾਂ ਦੇ ਪਾਠ ਵਿੱਚ ਸਿੱਖਿਆ ਦਿੱਤੀ ਹੈ ਵੀ ਜੇ ਤੁਸੀਂ ਖੁਸ਼ੀਆਂ ਖੇੜੇ ਵਿੱਚ ਪਰਿਵਾਰਾਂ ਵਿੱਚ ਰਹਿੰਦਿਆਂ ਬਰਾਗੀ ਬਣਨਾ ਹੈ ਨਾ, ਤੇ ਇੱਕ ਵਿਆਹ ਵਾਲੀ ਲੜਕੀ ਤੋਂ ਸਿੱਖੋ। ਤੁਸੀਂ ਕਹਿੰਦੇ ਹੋ ਪਰਿਵਾਰਾਂ ਵਿੱਚ ਖੁਸ਼ੀ ਚਾਅ ਤੇ ਬਰਾਗੀ ਕਿਵੇਂ ਬਣਾਂਗੇ? ਸਾਹਿਬ ਕਹਿੰਦੇ ਤੁਹਾਡੇ ਨਾਲੋਂ ਚੰਗੀ ਤਾਂ ਉਹ ਵਿਆਹ ਵਾਲੀ ਲੜਕੀ ਆ ਜਿਹਦੇ ਮਨ ਵਿੱਚ ਸਹੁਰੇ ਘਰ ਜਾਣ ਦਾ, ਕੰਤ ਦੇ ਲੜ ਲੱਗਣ ਦਾ ਚਾਅ, ਤੇ ਪੇਕਾ ਘਰ ਛੱਡਣ ਦਾ, ਸਖੀ ਸਹੇਲੀਆਂ ਛੱਡਣ ਦਾ ਬੈਰਾਗ। ਇੱਕੋ ਸਮੇਂ ਹਰ ਤੀਜੜੀ ਲਾਮ ਮਨ ਚਾਓ ਭਇਆ, ਬੈਰਾਗੀਆਂ ਬਲਰਾਮ ਜੀਓ। ਵੀ ਚਾਅ ਵੀ ਆ ਤੇ ਨਾਲ ਬਰਾਗ ਵੀ ਆ, ਤੇ ਜੇ ਚਾਅ ਤੇ ਬਰਾਗ ਸਿੱਖੀ ਦਾ ਇਕੱਠਾ ਹੀ ਹੈ, ਫਿਰ ਚਾਅ ਛੱਡਣ ਦੀ ਲੋੜ ਨਹੀਂ ਹੈ। ਖੁਸ਼ੀਆਂ ਖੇੜਿਆਂ ਵਿੱਚ ਘਰ ਪਰਿਵਾਰ ਵਿੱਚ ਰਹਿੰਦਿਆਂ ਤੁਸੀਂ ਬਰਾਗੀ ਬਣ ਸਕਦੇ ਹੋ। ਅਨੁਰਾਗ ਪ੍ਰੀਤ ਕਿਹਦੇ ਨਾਲ ਕਰਨੀ ਆ? ਸਾਹਿਬ ਕਹਿੰਦੇ ਸਭ ਤੋਂ ਪੱਕੀ ਪ੍ਰੀਤ ਹੈ ਪਰਮਾਤਮਾ ਦੀ। ਰੇ ਮਨ ਰਾਮ ਸਿਉ ਕਰ ਪ੍ਰੀਤ। ਆ ਦੁਨਿਆਵੀ ਪ੍ਰੀਤ ਤਾਂ ਆਪਾਂ ਵੇਖਦੇ ਹਾਂ, ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੂ ਦਿਸ ਘੇਰੈ, ਬਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇਰੈ। ਜੇ ਕੋਈ ਧਨ ਕਰਕੇ ਪ੍ਰੀਤ ਕਰ ਲਿਆ, ਜਦੋਂ ਧਨ ਮੁੱਕ ਜੇ ਬੰਦਾ ਸਾਥ ਛੱਡ ਜਾਂਦਾ ਹੈ। ਜੇ ਕੋਈ ਰੂਪ ਨਾਲ ਪ੍ਰੀਤ ਪਾਈ ਬੈਠਾ, ਪਤਾ ਲੱਗ ਜੇ ਵੀ ਬਾਡੀ ਨੂੰ ਕੋਈ ਰੋਗ ਲੱਗਣ ਵਾਲਾ ਹੈ, ਇੱਕ ਰੂਪ ਹੋਣ ਵਾਲੀ ਹੈ, ਤੇ ਉਹ ਨਫ਼ਰਤ ਕਰਨ ਲੱਗ ਪੈਂਦੇ ਨੇ, ਉਸੇ ਵੇਲੇ ਸਾਥ ਛੱਡ ਕੇ ਭੱਜ ਜਾਂਦੇ ਨੇ। ਸਾਹਿਬ ਕਹਿੰਦੇ ਜੇ ਪ੍ਰੀਤ ਕਰਨੀ ਹੈ, ਜੇ ਅਨੁਰਾਗ ਪ੍ਰੇਮ ਕਰਨਾ ਹੈ, ਤੇ ਫਿਰ ਪਰਮਾਤਮਾ ਨਾਲ ਕਰ, ਕਿਉਂਕਿ ਉਹ ਪ੍ਰੀਤ ਜਿਹੜੀ ਹੈ ਉਹ ਸੱਚੀ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਿੱਚ ਕਦੇ ਵੀ ਕੋਈ ਹੀਣ ਭਾਵਨਾ ਦਾ ਜ਼ਿਕਰ ਨਹੀਂ, ਸਗੋਂ ਇੰਨੀ ਚੜ੍ਹਦੀ ਕਲਾ ਵੀ ਸਭ ਕੁਝ ਜ਼ਿੰਦਗੀ ਵਿੱਚੋਂ ਚਲਿਆ ਜਾਏ ਤੇ ਫਿਰ ਵੀ ਇੱਕ ਆਸ ਹੈ, ਨਾਮ ਰਹਿਓ ਸਾਧੂ ਰਹਿਓ ਗੁਰ ਗੋਬਿੰਦ। ਜਦੋਂ ਐਵੇਂ ਫਰਿਆਦ ਕੀਤੀ ਆ ਕੇ ਪੰਡਤ ਕਿਰਪਾ ਰਾਮ ਦੇ ਸਮੇਤ ਬ੍ਰਾਹਮਣਾਂ ਨੇ, ਤੇ ਜ਼ਿਕਰ ਸੀਗਾ ਕਿ ਸਾਗਰ ਜ਼ੁਲਮ ਦੇ ਵਿੱਚ ਤੂਫਾਨ ਆਇਆ, ਬੇੜਾ ਧਰਮ ਦਾ ਡਾਵਾਂ ਡੋਲ ਹੋਇਆ। ਵੇਖੋ ਹਿੰਦੂਆਂ ਨੂੰ ਕਿੰਨਾ ਧਰਮ ਪਿਆਰਾ, ਕਹਿਣ ਲੱਗੇ ਔਰੰਗਜ਼ੇਬ ਬੇੜੀ ਡੋਬਣ ਲੱਗਾ ਜੀ। ਇਸ ਕਰਕੇ ਕਦੇ ਵੀ ਧਰਮ ਨਾ ਤਿਆਗਿਓ। ਧਰਮ ਜਦੋਂ ਵੀ ਤਿਆਗਣਾ ਸਮਝ ਲੈਣਾ ਬੰਦੇ ਦੀ ਬੇੜੀ ਡੁੱਬਣ ਲੱਗੀ ਹੈ। ਇਹ ਕਸ਼ਮੀਰੀ ਪੰਡਤਾਂ ਦੀ ਫਰਿਆਦ ਹੈ ਵੀ ਔਰੰਗਜ਼ੇਬ ਇੰਨਾ ਜ਼ੁਲਮ ਕਰ ਰਿਹਾ ਹੈ, ਸਾਡੀ ਧੋਤੀ ਖਤਰੇ ਵਿੱਚ, ਸਾਡੀ ਬੋਧੀ ਖਤਰੇ ਵਿੱਚ, ਸਾਡਾ ਤਿਲਕ ਖਤਰੇ ਵਿੱਚ, ਸਾਡਾ ਜੰਝੂ ਖਤਰੇ ਵਿੱਚ, ਸਾਡੇ ਕਰਮ ਧਰਮ ਖਤਰੇ ਵਿੱਚ। ਕਹਿਣ ਲੱਗੇ ਜ਼ੁਲਮ ਵਿੱਚ ਇੰਨਾ ਤੂਫਾਨ ਆਇਆ, ਵੇਖੋ ਸਾਗਰ ਜ਼ੁਲਮ ਦੇ ਵਿੱਚ ਤੂਫਾਨ ਆਇਆ, ਬੇੜਾ ਧਰਮ ਦਾ ਡਾਵਾਂ ਡੋਲ ਹੋਇਆ, ਧੱਕੇ ਸ਼ਾਹੀ ਵਿੱਚ ਜਾਨ ਮਜਲੂਮ ਕੁਚਲੇ, ਸੱਚ ਧਰਮ ਦਾ ਬਿਸਤਰਾ ਗੋਲ ਹੋਇਆ। ਰਿਆ ਖੌਫ ਨਹੀਂ ਖੁਦਾ ਦਾ ਹਾਕਮਾਂ ਨੂੰ, ਚਿੜੀਆਂ ਮੌਤ ਗਵਾਰਾਂ ਦਾ ਚੋਲ ਹੋਇਆ। ਇਹ ਮੂਰਖ ਰਾਜੇ ਜਿਹੜੇ ਨੇ ਨਾ, ਚਿੜੀਆਂ ਰੂਪੀ ਪਰਜਾ ਮਰਦੀ, ਤੇ ਇਹਨਾਂ ਵਾਸਤੇ ਚੋਲ ਹੀ ਹੁੰਦਾ, ਭਾਵੇਂ ਕਿਸੇ ਦੇ ਉੱਪਰੋਂ ਦੀ ਗੱਡੀ ਲੰਘਾ ਦੇਣ, ਕਿਤੇ ਗੋਲੀਆਂ ਦੀ ਵਾਛੜ, ਕਿਤੇ ਟੈਂਕ ਚਾੜ ਕੇ ਭੇਜ ਦੇਣ, ਇਹਨਾਂ ਲਈ ਦੁਨੀਆ ਮਰਨੀ ਇੱਕ ਕੀੜੀਆਂ ਦਾ ਭੌਣ ਹੈ। ਪਰ ਸੱਚ ਜਾਣਿਓ, ਜਦੋਂ 3 ਠੀਕਰੇ ਤੇ ਚੌਥਾ ਗੁਰੂ ਤੇਗ ਬਹਾਦਰ ਸਾਹਿਬ ਦੇ ਤਨ ਦਾ ਠੀਕਰਾ ਭੱਜਾ ਨਾ, ਤੇ ਹਕੂਮਤ ਹਿੱਲ ਗਈ, ਚਾਂਦਨੀ ਚੌਂਕ ਹਿੱਲ ਗਿਆ, ਹਨੇਰਾ ਛਾ ਗਿਆ। ਤੇ ਸੱਚਮੁੱਚ ਜਦੋਂ ਕੋਈ ਰਾਜਾ ਜ਼ੁਲਮ ਕਰਦਾ ਹੈ, ਤੇ ਖਾਸ ਕਰਕੇ ਧਰਮ ਦੇ ਨਾਂ ਤੇ, ਵੀ ਜਿਹੜਾ ਮੇਰਾ ਧਰਮ ਹੈ ਮੈਂ ਕੇਵਲ ਉਹੀਓ ਰੱਖਣਾ, ਬਾਕੀ ਲੋਕ ਖਤਮ ਕਰ ਦੇਣੇ ਨੇ, ਜਿੰਨਿਆਂ ਲੋਕਾਂ ਨੂੰ ਉਹ ਮਾਰਦਾ ਹੈ, ਜਿੰਨੇ ਤਨ ਦੇ ਠੀਕਰੇ ਉਹਦੀ ਹਕੂਮਤ ਦੇ ਵਿੱਚ ਭੱਜਦੇ ਨੇ, ਓਨਾ ਹੀ ਉਹਦੇ ਰਾਜ ਭਾਗ ਲਈ ਖਤਰਾ ਬਣਦਾ ਜਾਂਦਾ ਹੈ। ਜਦੋਂ ਵੀ ਕਿਤੇ ਤਨ ਦਾ ਠੀਕਰਾ ਭੱਜੇਗਾ, ਜ਼ੁਲਮ ਹੋਵੇਗਾ। ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ, ਭਾਈ ਸਤੀ ਦਾਸ ਨੂੰ ਪੁੱਛਿਆ, ਕਹਿਣ ਲੱਗੇ ਅਜੇ ਵੀ ਦੀਨ ਕਬੂਲ ਕਰਨਾ ਹੈ ਕਿ ਨਹੀਂ ਕਰਨਾ? ਵੇਖ ਤੇਰਾ ਸਾਥੀ ਚੀਰ ਕੇ ਰੱਖ ਦਿੱਤਾ। ਕਹਿਣ ਲੱਗੇ ਤੁਸੀਂ ਸਾਥੀ ਨੂੰ ਥੋੜ੍ਹਾ ਚੀਰਿਆ, ਤੁਸੀਂ ਤੇ ਆਪਣੀ ਹਕੂਮਤ ਤੇ ਆਰਾ ਚਲਾ ਦਿੱਤਾ, ਤੁਹਾਡੀ ਹਕੂਮਤ ਚੀਰੀ ਗਈ ਹੈ। ਭਾਵ ਜਦੋਂ ਇਸ ਤਰ੍ਹਾਂ ਦਾ ਜ਼ੁਲਮ ਹੁੰਦਾ ਹੈ, ਕਹਿਣ ਲੱਗੇ ਚਿੜੀਆਂ ਮੌਤ, ਪਰਜਾ ਰੂਪੀ ਚਿੜੀਆਂ ਮਰੀਆਂ, ਗਵਾਰਾਂ ਦਾ ਚੋਲ ਹੋਇਆ। ਮੂਰਖਾਂ ਨੇ ਉਹਨੂੰ ਕੇਵਲ ਇੱਕ ਚੋਲ ਸਮਝਿਆ। ਵੇਖੋ ਕੌਤਕ ਹੋ ਰਿਹਾ, ਤਮਾਸ਼ਾ ਹੋ ਰਿਹਾ, ਵੇਖੋ ਕਿਤੇ ਦੁਰਘਟਨਾ ਹੋ ਜੇ ਨਾ, ਤੇ ਜਿਹੜੇ ਤਮਾਸ਼ਬੀਨ ਇਕੱਠੇ ਹੁੰਦੇ ਨੇ ਉਹਨਾਂ ਦੇ ਮਨ ਵਿੱਚ ਦਰਦ ਨਹੀਂ ਹੁੰਦਾ।
ਕੋਈ ਫੋਟੋ ਖਿੱਚ ਰਿਹਾ ਹੁੰਦਾ, ਕੋਈ ਕੁਝ ਕਰ ਰਿਹਾ ਹੁੰਦਾ, ਕਿਸੇ ਨੇ ਯਤਨ ਨਹੀਂ ਕਰਨਾ ਵੀ ਮੈਂ ਇਹਨੂੰ ਹਸਪਤਾਲ ਪਹੁੰਚਾ ਦੇਵਾਂ। ਕੋਈ ਉਹਦੇ ਨਾਲ ਵੇਖ ਕੇ ਵੀ ਇਹ ਕੀ ਹੁਣ ਇੱਥੇ ਹੋ ਰਿਹਾ। ਬਹੁਤੀ ਭੀੜ ਦੇ ਵਿੱਚ ਆਪਾਂ ਵੇਖਦੇ ਹਾਂ ਕਿ ਉੱਥੋਂ ਜੇ ਆਪਾਂ ਕੋਈ ਨਿਆਂ ਦੀ ਗੱਲ ਕਰੀਏ ਤਾਂ ਆਪਾਂ ਨੂੰ ਨਹੀਂ ਮਿਲ ਸਕਦਾ। ਜਿਹੜੇ ਲੋਕ ਖਾਸ ਕਰਕੇ ਤਮਾਸ਼ਬੀਨ ਹੁੰਦੇ ਨੇ, ਜਦੋਂ ਇਸ ਤਰ੍ਹਾਂ ਦਾ ਸਾਗਰ ਜ਼ੁਲਮ ਦੇ ਵਿੱਚ ਤੂਫਾਨ ਆਇਆ, ਬੇੜਾ ਧਰਮ ਦਾ ਡਾਵਾਂ ਡੋਲ ਹੋਇਆ, ਧੱਕੇਸ਼ਾਹੀ ਵੇ ਜਾਨ ਮਜਲੂਮ ਕੁਚਲੇ, ਸੱਚ ਧਰਮ ਦਾ ਬਿਸਤਰਾ ਗੋਲ ਹੋਇਆ। ਰਿਆ ਖੌਫ ਨਹੀਂ ਖੁਦਾ ਦਾ ਹਾਕਮਾਂ ਨੂੰ, ਚਿੜੀਆਂ ਮੌਤ ਗਵਾਰਾਂ ਦਾ ਚੋਲ ਹੋਇਆ। ਅੱਜ ਕੋਈ ਮਹਾਤਮਾ ਸਿਰ ਦੇ ਕੇ ਰੱਖੇ ਹਿੰਦ ਨੂੰ, ਗੁਰਾਂ ਦਾ ਬੋਲ ਹੋਇਆ। ਜਦੋਂ ਬਾਲਕ ਗੋਬਿੰਦ ਰਾਏ ਨੇ ਪੁੱਛਿਆ, ਪਿਤਾ ਜੀ ਇਹ ਕੌਣ ਨੇ, ਇਹ ਕਿਉਂ ਆਏ ਨੇ? ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਪੁੱਤਰ ਜੀ ਇਹਨਾਂ ਦੀ ਧਰਮ ਰੂਪੀ ਬੇੜੀ ਖਤਰੇ ਵਿੱਚ ਹੈ। ਔਰੰਗਜ਼ੇਬ ਦੇ ਜ਼ੁਲਮੀਆਂ ਤੂਫਾਨ ਵਿੱਚ ਬੇੜੀ ਡੁੱਬਣ ਲੱਗੀ ਹੈ। ਪਿਤਾ ਜੀ ਇਹ ਬੇੜੀ ਪਾਰ ਕਿਵੇਂ ਹੋਵੇਗੀ? ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਵੀ ਇੱਕੋ ਹੀ ਹੱਲ ਹੈ, ਕੋਈ ਧਰਮਾਤਮਾ ਆਪਣੇ ਸਿਰ ਦਾ ਚੱਪੂ ਬਣਾ ਕੇ ਇਸ ਬੇੜੀ ਨੂੰ ਸਹਾਰਾ ਦੇਵੇ ਤੇ ਫਿਰ ਇਹ ਬੇੜੀ ਡੁੱਬਣੋਂ ਬਚ ਸਕਦੀ ਹੈ। ਉਦੋਂ ਬਾਲਕ ਗੋਬਿੰਦ ਰਾਏ ਜੀ ਨੇ ਕਿਹਾ ਸੀ, ਪਰਮਾਤਮਾ ਤੋਂ ਬਾਅਦ ਜੇ ਇਸ ਦੁਨੀਆ ਵਿੱਚ ਕੋਈ ਧਰਮਾਤਮਾ ਹੈ ਤੇ ਉਹ ਤੁਸੀਂ ਹੋ। ਤੇ ਜੇ ਸੱਚਮੁੱਚ ਕਿਸੇ ਧਰਮਾਤਮਾ ਦੇ ਸਿਰ ਦਾ ਚੱਪੂ ਬਣ ਕੇ ਇਹਨਾਂ ਦੀ ਬੇੜੀ ਪਾਰ ਹੋ ਸਕਦੀ ਹੈ ਤੇ ਫਿਰ ਕਿਰਪਾ ਕਰੋ, ਜ਼ਰੂਰ ਇਹਨਾਂ ਦੀ ਬੇੜੀ ਨੂੰ ਬਚਾਓ। ਧੰਨ ਗੁਰੂ ਤੇਗ ਬਹਾਦਰ ਸਾਹਿਬ ਪੂਰੀ ਤਿਆਰੀ ਵਿੱਚ ਸਨ, ਪਰ ਬਾਲਕ ਗੋਬਿੰਦ ਰਾਏ ਜੀ ਤੋਂ ਜਦੋਂ ਸੁਣਿਆ ਤੇ ਹੋਰ ਵੀ ਖੁਸ਼ ਹੋਏ। ਅੱਜ ਵੀ ਵੇਖੋ ਵੀ ਸਾਡੇ ਘਰਾਂ ਵਿੱਚ 9 ਸਾਲ ਦਾ ਬੱਚਾ ਜਦੋਂ ਆਪਾਂ ਤੁਰਨ ਲੱਗਦੇ ਆ ਨਾ, ਤੇ ਕਈ ਵਾਰ ਲੱਤਾਂ ਨੂੰ ਚਿੰਬੜ ਜਾਂਦਾ ਤੇ ਕਹਿੰਦਾ, ਪਾਪਾ ਜਿੱਧਰ ਚੱਲੇ ਹੋ ਕਦੋਂ ਆਓਗੇ? ਤੇ ਆਪਾਂ ਕਹਿੰਦੇ ਆ ਸ਼ਾਮ ਨੂੰ ਆ ਜਾਾਂਗੇ, ਕੱਲ੍ਹ ਨੂੰ, ਮਹੀਨੇ ਨੂੰ। ਪਰ ਬਾਲਕ ਗੋਬਿੰਦ ਰਾਏ ਨੂੰ ਪਤਾ ਸੀ ਜਿੱਧਰ ਮੇਰੇ ਪਿਤਾ ਜੀ ਚੱਲੇ ਨੇ ਨਾ, ਉਧਰੋਂ ਇਹਨਾਂ ਆਉਣਾ ਕੋਈ ਨਹੀਂ। ਜੇ ਅੱਗੇ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਕਦਮਾਂ ਨੂੰ ਰੋਕ ਲੈਂਦੇ, ਪਾਤਸ਼ਾਹ ਜੇ ਤੁਸੀਂ ਸ਼ਹੀਦ ਹੋ ਗਏ ਮੈਂ ਯਤੀਮ ਹੋ ਜਾਵਾਂਗਾ। ਪਰ ਬਾਲਕ ਗੋਬਿੰਦ ਰਾਏ ਨੇ ਇਹ ਸਮਝ ਲਿਆ ਕਿ ਜੇ ਮੈਂ ਆਪਣੇ ਆਪ ਨੂੰ ਯਤੀਮ ਹੋਣ ਤੋਂ ਬਚਾਇਆ ਤੇ ਕੱਲ੍ਹ ਨੂੰ ਔਰੰਗਜ਼ੇਬ ਨੇ ਸੂਰਜ ਚੜ੍ਹਨ ਦੀ ਦੇਰ ਹੈ, ਲੱਖਾਂ ਬੱਚੇ ਯਤੀਮ ਕਰ ਦੇਣੇ। ਆਪਣਾ ਪਿਤਾ ਕੁਰਬਾਨ ਕਰਕੇ ਲੱਖਾਂ ਬੱਚਿਆਂ ਦੇ ਸਿਰ ਤੇ ਪਿਤਾ ਦਾ ਛਾਇਆ ਕਾਇਮ ਰੱਖਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦੇਣਾ ਕੋਈ ਦੇ ਸਕਦਾ? ਜੇ ਚਾਹੁੰਦੇ ਮਾਤਾ ਗੁਜਰ ਕੌਰ ਤੇ ਅੱਗੇ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਕਦਮਾਂ ਨੂੰ ਰੋਕ ਸਕਦੇ ਸਨ। ਸਤਿਗੁਰੂ ਜੀ ਇਹ ਭਾਰਤ ਹੈ, ਇੱਥੇ ਤੇ ਸਦਾ ਸੁਹਾਗਣ ਰਹਿਣ ਦੀਆਂ ਅਸੀਸਾਂ ਦਿੱਤੀਆਂ ਜਾਂਦੀਆਂ ਨੇ, ਇੱਥੇ ਕਰਮ ਕਾਂਡ ਕਰਵਾਏ ਜਾਂਦੇ ਨੇ, ਭੁੱਖੇ ਰਖਾਇਆ ਜਾਂਦਾ ਹੈ ਵੀ ਸੁਹਾਗ ਦੀ ਸੁੱਖ ਮੰਗੋ। ਤੇ ਜੇ ਤੁਸੀਂ ਸ਼ਹੀਦ ਹੋ ਗਏ ਤੇ ਮੇਰੇ ਸੁਹਾਗ ਦਾ ਕੀ ਬਣੇਗਾ? ਪਰ ਇੱਕੋ ਹੀ ਮਾਂ ਹੈ ਜਿਨਨੇ ਇਹ ਸੋਚਿਆ ਵੀ ਜੇ ਮੈਂ ਆਪਣਾ ਸੁਹਾਗ ਬਚਾਇਆ ਤੇ ਕੱਲ੍ਹ ਨੂੰ ਔਰੰਗਜ਼ੇਬ ਨੇ ਲੱਖਾਂ ਹਿੰਦੂ ਬੀਬੀਆਂ ਦੇ ਸੁਹਾਗ ਉਜਾੜ ਦੇਣੇ ਨੇ। ਇਹ ਸੁਹਾਗ ਵਰਤਾਂ ਨਾਲ ਨਹੀਂ ਬਚੇ, ਮਾਂ ਗੁਜਰੀ ਦੀ ਕਿਰਪਾ ਕਰਕੇ ਬਚੇ ਨੇ। ਏਡੀ ਵੱਡੀ ਮਾਤਾ ਜਿਹੜੀ ਸੁਹਾਗ ਬਚਾਉਂਦੀ ਹੈ, ਮਾਤਾ ਗੁਜਰ ਕੌਰ ਦਾ ਬਦਲ ਨਹੀਂ ਜੇ ਕੋਈ। ਆਪਣਾ ਸੁਹਾਗ ਕੁਰਬਾਨ ਕਰਕੇ ਲੱਖਾਂ ਸੁਹਾਗ ਜਿਹੜੇ ਉਜੜਨ ਤੋਂ ਬਚਾ ਲਏ। ਇਹ ਠੀਕ ਹੈ ਅੱਜ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਮਹਿਮਾ ਨੂੰ ਨਹੀਂ ਸਮਝ ਸਕੇ ਇਸ ਦੇਸ਼ ਦੇ ਰਹਿਣ ਵਾਲੇ, ਪਰ ਇੱਕ ਮੁਸਲਮਾਨ ਲਿਖਾਰੀ ਨੇ ਲਿਖਿਆ, ਨਾ ਕਹੂੰ ਅਬ ਕੀ ਨਾ ਕਹੂੰ ਕਬ ਕੀ, ਮੈਂ ਤੋਂ ਬਾਤ ਕਹੂੰ ਤਬ ਕੀ। 1658 ਤੋਂ ਲੈ ਕੇ 1707 ਤੱਕ ਉਦੋਂ ਦੀ ਗੱਲ ਕਰਨ ਲੱਗਾ ਜਦੋਂ ਔਰੰਗਜ਼ੇਬ ਦੀ ਜ਼ੁਲਮੀਆਂ ਹਕੂਮਤ ਸੀ। ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋ ਸੁਨਤ ਹੋਤੀ ਸ਼ਬਦ ਕੀ, ਕੇਵਲ ਇੱਕੋ ਹੀ ਧਰਮ ਦਾ ਬੋਲਬਾਲਾ ਹੋਣਾ ਸੀ, ਸਾਰਿਆਂ ਦੀ ਸੁਨਤ ਹੋਣੀ ਸੀ। ਕਿਸੇ ਨੇ ਨਹੀਂ ਸੀ ਕਹਿਣਾ ਕਿ ਗਰਵ ਨਾਲ ਕਹੋ ਅਸੀਂ ਹਿੰਦੂ ਹਾਂ, ਕਿਉਂਕਿ ਔਰੰਗਜ਼ੇਬ ਨੇ ਤਹਿਲਕਾ ਹੀ ਇੰਨੀ ਮਚਾਈ ਹੋਈ ਸੀ। ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਦੇਣ ਨਾਲ ਲੱਖਾਂ ਸਿਰ ਬਚ ਗਏ। ਅੱਜ ਵੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਜਦੋਂ ਗੁਣਾਂ ਦਾ ਗਾਇਨ ਹੁੰਦਾ ਹੈ, ਇਹ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਆਪਣਾ ਸਿਰ ਦੇ ਦਿੱਤਾ ਪਰ ਸਿਰ ਨਹੀਂ ਦਿੱਤਾ। ਸਿਰ ਦਾ ਮਤਲਬ ਹੁੰਦਾ ਪਰਪੱਕਤਾ, ਦ੍ਰਿੜਤਾ, ਵਿਸ਼ਵਾਸ, ਭਰੋਸਾ। ਧਰਮ ਹੇਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰ ਨਾ ਦਿਆ।
ਦੁਨੀਆਦਾਰ ਲੋਕ ਸਿਰ ਬਚਾਉਣ ਲਈ ਧਰਮ ਤਿਆਗ ਦਿੰਦੇ ਨੇ, ਅਹੁਦਾ ਲੈਣ ਲਈ, ਮਰਤਬੇ ਲੈਣ ਲਈ ਧਰਮ ਤਿਆਗ ਦਿੰਦੇ ਨੇ, ਪਰ ਗੁਰੂ ਤੇਗ ਬਹਾਦਰ ਸਾਹਿਬ ਨੇ ਧਰਮ ਨੂੰ ਬਚਾਉਣ ਵਾਸਤੇ ਆਪਣਾ ਸਿਰ ਤਿਆਗ ਦਿੱਤਾ, ਭਾਵ ਧੜ ਨਾਲੋਂ ਸੀਸ ਜਿਹੜਾ ਸੀ ਉਹ ਜੁਦਾ ਕਰਵਾਇਆ। ਕਹਿ ਦਿੱਤਾ ਕਸ਼ਮੀਰੀ ਪੰਡਤਾਂ ਨੂੰ ਕਿ ਜਾਓ ਜਾ ਕੇ ਕਸ਼ਮੀਰ ਦੇ ਸੂਬੇਦਾਰ ਨੂੰ ਕਹਿ ਦਿਓ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਜੇ ਤੁਸੀਂ ਇਸਲਾਮ ਦੇ ਦਾਇਰੇ ਵਿੱਚ ਲੈ ਆਓ ਤੇ ਅਸੀਂ ਆਪਣੇ ਆਪ ਹੀ ਸਾਰੇ ਮੁਸਲਮਾਨ ਬਣ ਜਾਵਾਂਗੇ। ਹੁਣ ਕਸ਼ਮੀਰੀ ਪੰਡਤਾਂ ਦੀ ਫਰਿਆਦ ਨੂੰ ਸੁਣ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਦੇ ਚਾਂਦਨੀ ਚੌਂਕ ਪਹੁੰਚੇ ਤੇ ਉੱਥੇ ਸੱਚਮੁੱਚ ਆਪਣੇ ਸੀਸ ਦਾ ਚੱਪੂ ਲਾ ਕੇ ਹਿੰਦੂ ਕੌਮ ਦੀ ਡੁੱਬਦੀ ਹੋਈ ਬੇੜੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਾਰ ਕੀਤਾ। ਇਸੇ ਕਰਕੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਨੂੰ ਹਿੰਦ ਦੀ ਚਾਦਰ, ਧਰਮ ਦੀ ਚਾਦਰ, ਮਨੁੱਖਤਾ ਦੀ ਚਾਦਰ ਕਿਹਾ ਜਾਂਦਾ ਹੈ। ਜਦੋਂ ਤਹਿਲਕਾ ਮੱਚੀ ਹੋਈ ਸੀ ਨਾ, ਔਰੰਗਜ਼ੇਬ ਸ਼ਰੇ ਬਾਜ਼ਾਰ ਜਦੋਂ ਨੰਗਿਆਂ ਕਰਨ ਲੱਗਾ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਤਨ ਦੀ ਚਾਦਰ ਪਾ ਕੇ ਉਹਨਾਂ ਨੂੰ ਬੇਪਤ ਹੋਣ ਤੋਂ ਬਚਾ ਲਿਆ। ਇਸੇ ਕਰਕੇ ਕਿਸੇ ਕਵੀ ਨੇ ਲਿਖਿਆ, ਸਤਿਗੁਰ ਤੇਗ ਬਹਾਦਰ ਦੇ ਬਾਝ ਹਿੰਦ ਤੇ। ਆ ਜਿਹੜਾ ਹਿੰਦ ਹੈ ਨਾ, ਇਹ ਗੁਰੂ ਤੇਗ ਬਹਾਦਰ ਸਾਹਿਬ ਕਰਕੇ ਆ। ਸਤਿਗੁਰ ਤੇਗ ਬਹਾਦਰ ਦੇ ਬਾਝ ਹਿੰਦ ਤੇ, ਚਾਦਰ ਕਿਸੇ ਕੀ ਪ੍ਰੇਮ ਦੀ ਤਾਨਣੀ ਏ। ਉਸ ਪਿਆਰੇ ਸਤਿਗੁਰੂ ਦਾ ਸੀਸ ਤੱਕ ਕੇ ਸੀਨਾ ਹੋ ਰਿਹਾ ਛਾਨਣੀ ਛਾਨਣੀ ਏ। ਕਰਨੀ ਵਾਲੇ ਦੀ ਕਰਨੀ ਦੀ ਮਿਹਰਬਾਨੀ, ਪਰਲੋ ਤੀਕ ਸੰਸਾਰ ਨੇ ਜਾਣਨੀ ਏ। ਕੋਈ ਚਾਨਣ ਅੱਜ ਵੀ ਉਹਦਾ ਸੰਸਾਰ ਅੰਦਰ ਜਿਹਦੀ ਚਾਂਦਨੀ ਚੌਂਕ ਵਿੱਚ ਚਾਨਣੀ ਹੈ। ਜੇ ਗੁਰੂ ਤੇਗ ਬਹਾਦਰ ਸਾਹਿਬ ਸ਼ਹਾਦਤ ਨਾ ਦਿੰਦੇ ਤੇ ਅੱਜ ਜੋ ਅਸੀਂ ਹਿੰਦੁਸਤਾਨ ਦੀ ਸੰਸਕ੍ਰਿਤੀ ਵੇਖ ਰਹੇ ਹਾਂ, ਇਹ ਸਾਨੂੰ ਦਿਖਾਈ ਨਹੀਂ ਸੀ ਦੇਣੀ। ਕਵੀ ਸੈਨਾਪਤੀ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 52 ਕਵੀਆਂ ਵਿੱਚੋਂ ਕਵੀ ਨੇ, ਉਹਨਾਂ ਨੇ ਗੁਰੂ ਸ਼ੋਭਾ ਵਿੱਚ ਲਿਖਿਆ ਵੀ ਗੁਰੂ ਤੇਗ ਬਹਾਦਰ ਸਾਹਿਬ ਚਾਦਰ ਜ਼ਰੂਰ ਸਨ, ਪਰ ਕੇਵਲ ਹਿੰਦ ਦੀ ਨਹੀਂ, ਸਗੋਂ ਧਰਮ ਦੀ, ਸ੍ਰਿਸ਼ਟੀ ਦੀ। ਇਹ ਪੱਕਾ ਹੀ ਹੈ ਕਿ ਜੇ ਮਜਲੂਮ ਈਸਾਈ ਹੁੰਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਈਸਾਈਅਤ ਦੀ ਚਾਦਰ ਕਿਹਾ ਜਾਣਾ ਸੀ। ਜੇ ਕਿਤੇ ਮੁਸਲਮਾਨ ਆ ਕੇ ਫਰਿਆਦ ਕਰਦਾ, ਗੁਰੂ ਤੇਗ ਬਹਾਦਰ ਸਾਹਿਬ ਨੂੰ ਇਸਲਾਮ ਦੀ ਚਾਦਰ ਕਿਹਾ ਜਾਣਾ ਸੀ। ਪਰ ਉਸ ਵੇਲੇ ਦਾ ਲੋੜਵੰਦ ਮਜਲੂਮ ਹਿੰਦੂ ਸੀ, ਇਸ ਲਈ ਗੁਰੂ ਤੇਗ ਬਹਾਦਰ ਸਾਹਿਬ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ। ਪਰ ਉਹ ਕੇਵਲ ਹਿੰਦ ਦੀ ਚਾਦਰ ਨਹੀਂ, ਜਦੋਂ ਵੀ ਗੁਰੂ ਦੀ ਵਿਚਾਰਧਾਰਾ ਨੂੰ ਜੋੜਨਾ, ਕਿਸੇ ਇੱਕ ਖਿੱਤੇ ਨਾਲ ਨਹੀਂ ਜੋੜਨਾ, ਕਿਸੇ ਇੱਕ ਧਰਮ ਨਾਲ ਨਹੀਂ ਜੋੜਨਾ, ਗੁਰੂ ਨੂੰ ਛੋਟਾ ਕਰਕੇ ਪੇਸ਼ ਨਹੀਂ ਕਰਨਾ। ਅੱਜ ਵੀ ਕਿਹਾ ਕਰੋ, ਖਾਲਸਾ ਰੱਬ ਦਾ ਤੇ ਰੱਬ ਤੋਂ ਬਾਅਦ ਸਭ ਦਾ। ਖਾਲਸਾ ਰੱਬ ਦਾ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਪਰਮਾਤਮਾ ਦੀ ਮੌਜ ਵਿੱਚੋਂ ਪੈਦਾ ਹੋਇਆ ਤੇ ਇਹ ਕੇਵਲ ਕਿਸੇ ਇੱਕ ਦਾ ਰਾਖਾ ਨਹੀਂ, ਇਹ ਰੱਬ ਦਾ ਤੇ ਰੱਬ ਤੋਂ ਬਾਅਦ ਫਿਰ ਇਹ ਸਭ ਦਾ। ਹੁਣ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਗੁਰੂ ਸ਼ੋਭਾ ਵਿੱਚ ਕਵੀ ਸੈਨਾਪਤੀ ਨੇ ਲਿਖਿਆ, ਪ੍ਰਗਟ ਭਏ ਗੁਰ ਤੇਗ ਬਹਾਦਰ, ਸਗਲ ਸ੍ਰਿਸ਼ਟ ਪੈ ਢਾਪੀ ਚਾਦਰ। ਕਰਮ ਧਰਮ ਕੀ ਜਿਨ ਪਤ ਰਾਖੀ, ਅਟਲ ਕਰੀ ਕਲ ਯੁਗ ਮੈਂ ਸਾਖੀ। ਸਗਲ ਸ੍ਰਿਸ਼ਟ ਜਾਂਕਾ ਜਸ ਭਇਓ, ਜੇ ਤੇ ਸਰਬ ਧਰਮ ਬਚਿਓ। ਭਾਈ ਗੁਰਦਾਸ ਜੀ ਨੂੰ ਪੜ੍ਹ ਕੇ ਵੇਖ ਲਓ, ਕਹਿੰਦੇ ਨੇ ਚਾਦਰ ਕਹਿ ਦੇਣਾ ਸੌਖਾ ਹੈ, ਪਰ ਚਾਦਰ ਬਣਦੀ ਕਿਵੇਂ ਆ, ਕਿੱਡਾ ਵੱਡਾ ਸੰਘਰਸ਼ ਕਰਨਾ ਪੈਂਦਾ। ਆ ਵੇਖੋ, ਪੈਂਟ ਕਮੀਜ਼ ਕੁੜਤਾ ਪਜਾਮਾ ਇਹ ਅੱਧਾ ਅੱਧਾ ਤਨ ਢੱਕਦੇ ਨੇ, ਪਰ ਚਾਦਰ ਉਹ ਕੱਪੜਾ ਜਿਹੜਾ ਸਿਰ ਤੋਂ ਲੈ ਕੇ ਪੈਰਾਂ ਤੱਕ ਪਰਦਾ ਕੱਜ ਦਿੰਦਾ। ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਧਰਮ ਦੀ ਚਾਦਰ, ਮਨੁੱਖਤਾ ਦੀ ਚਾਦਰ ਬਣਨ ਵਾਸਤੇ ਕਿੰਨਾ ਸੰਘਰਸ਼ ਕਰਨਾ ਪਿਆ ਹੋਵੇਗਾ। ਭਾਈ ਗੁਰਦਾਸ ਜੀ ਕਹਿੰਦੇ, ਦੁਨਿਆਵੀ ਚਾਦਰ ਵੇਖੋ, ਕਪਾਹ ਦਾ ਬੀਜ ਵੜੇਵੇਂ, ਉਹਨੂੰ ਸਵਾਹ ਵਿੱਚ ਮਸਲਿਆ, ਮਿੱਟੀ ਵਿੱਚ ਬੀਜਿਆ, ਉਹਦੀ ਬੂਟੀ ਬਣੀ, ਫਿਰ ਉਹਨੂੰ ਟੀਂਡੇ ਲੱਗੇ, ਟੀਂਡਿਆਂ ਦਾ ਮੂੰਹ ਫੁੱਟਿਆ, ਉਹਦੇ ਵਿੱਚ ਰੂੰ ਬਣਿਆ, ਰੂੰ ਚੁਣ ਕੇ ਢੇਰ ਲਾਇਆ ਗਿਆ, ਉਹਨੂੰ ਪਿੰਜਿਆ ਗਿਆ, ਵੇਲਿਆ ਗਿਆ, ਤੁੰਬਿਆ ਗਿਆ, ਉਹਨੂੰ ਕੱਤਿਆ ਗਿਆ, ਉਹਨੂੰ ਫਿਰ ਧੋ ਕੇ ਪਾ ਦੇ ਕੇ ਰੰਗਿਆ ਗਿਆ, ਫਿਰ ਦਰਜੀ ਨੂੰ ਸੱਦਿਆ ਤੇ ਦਰਜੀ ਨੇ ਕੈਂਚੀ ਨਾਲ ਕੱਟਿਆ ਤੇ ਸੂਈ ਨਾਲ ਸਿਉਤਾ ਤੇ ਫਿਰ ਜਾ ਕੇ ਉਹ ਇੱਕ ਚਾਦਰ ਬਣਿਆ। ਭਾਈ ਗੁਰਦਾਸ ਜੀ ਜ਼ਿਕਰ ਕਰਦੇ ਨੇ, ਹੋਏ ਵੜੇਵਾਂ ਜੱਗ ਵਿੱਚ, ਤਨ ਬੀਜੈ ਖੇ ਨਾਲ ਰਲਾਇਆ, ਬੂਟੀ ਹੋਏ ਕਪਾਹ ਦੀ, ਟੀਂਡੇ ਹਾਸਾ ਸਾਪ ਖੜਾਇਆ, ਦੋ ਮਿਲ ਵੇਲਣ ਵੇਲਿਆ,
ਲੂ ਲੂ ਕਰਕੇ ਤੁੰਬ ਤੰਬਾਇਆ, ਪਿੰਜਣ ਪਿੰਜ ਪੰਜਾਇਆ, ਕਰ ਕਰ ਗੋੜੀ ਸੂਤ ਕਤਾਇਆ, ਕੈਂਚੀ ਕੱਟਣ ਕੱਟਿਆ, ਸੂਈ ਧਾਗੇ ਜੋੜ ਸਵਾਇਆ, ਇੰਨਾ ਵੱਡਾ ਜਫਰ ਜਾਲ ਕੇ ਫਿਰ ਉਹ ਇੱਕ ਚਾਦਰ ਬਣਿਆ। ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਤਾਂ ਧਰਮ ਦੀ ਚਾਦਰ, ਸ੍ਰਿਸ਼ਟੀ ਦੀ ਚਾਦਰ ਬਣਨਾ ਸੀ। ਉਹ ਕਿੰਨੇ ਗੰਭੀਰ ਸਨ, ਕਿੰਨਾ ਉਹਨਾਂ ਨੂੰ ਸੰਘਰਸ਼ ਕਰਨਾ ਪਿਆ ਹੋਵੇਗਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਚਾਦਰ ਬਣ ਕੇ ਉਹਨਾਂ ਦਾ ਪਰਦਾ ਕੱਜ ਲਿਆ। ਤੀਸਰਾ ਪ੍ਰਸ਼ਨ ਗੁਰੂ ਤੇਗ ਬਹਾਦਰ ਸਾਹਿਬ ਜੀ ਆਪ ਹੀ ਕਰਦੇ ਨੇ, ਕੌਣ ਕਰਮ ਵਿਦਿਆ ਕਉ ਕੈਸੀ, ਧਰਮ ਕੌਣ ਫੁਨ ਕਰਈ, ਕੌਣ ਨਾਮ ਗੁਰ ਜਾਕੈ ਸਿਮਰੈ, ਭਵ ਸਾਗਰ ਕੋ ਤਰੀ। ਤੀਸਰੀ ਬੇੜੀ ਹੈ ਸਾਡੀ ਜਿੰਦ, ਕਿ ਜਦੋਂ ਵੀ ਸਾਡੀ ਜਿੰਦ ਰੂਪੀ ਬੇੜੀ ਡੁੱਬਣ ਲੱਗੇ ਤੇ ਸਾਡੇ ਸਾਹਮਣੇ ਪ੍ਰਸ਼ਨ ਆਉਂਦਾ, ਹੁਣ ਕਿਹੜਾ ਕਰਮ ਕਰੀਏ, ਕਿਹੜੀ ਵਿਦਿਆ ਪੜ੍ਹੀਏ, ਕਿਹੜਾ ਧਰਮ ਧਾਰਨ ਕਰੀਏ ਜਿਹਦੇ ਨਾਲ ਅਸੀਂ ਭਵ ਸਾਗਰ ਤੋਂ ਪਾਰ ਹੋ ਸਕੀਏ। ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਉੱਤਰ ਦਿੱਤਾ, ਮਨ ਮੂਰਖ ਅਜਹੂ ਨੈ ਸਮਝਤ, ਸਿੱਖ ਦੈ ਹਾਰਿਓ ਨੀਤ, ਨਾਨਕ ਭਉਜਲ ਪਾਰ ਪਰੇ, ਜੋ ਗਾਵੇ ਪ੍ਰਭ ਕੇ ਗੀਤ। ਕਹਿੰਦੇ ਜੇ ਮਾਲਕ ਦੇ ਗੀਤ ਗਾਉਣ ਲੱਗ ਪਵੇਂਗਾ ਤੇ ਤੇਰੀ ਜਿੰਦ ਰੂਪੀ ਬੇੜੀ ਡੁੱਬੇਗੀ ਨਹੀਂ, ਇਹ ਪਾਰ ਹੋ ਜਾਵੇਗੀ। ਆ ਦੁਨਿਆਵੀ ਗੀਤ ਨਾ ਗਾਵੀਂ, ਦੁਨਿਆਵੀ ਗੀਤ ਤਾਂ ਡੋਬ ਦੇਣਗੇ। ਆ ਦੁਨੀਆ ਦੇ ਰੰਗਾਂ ਤਮਾਸ਼ਿਆਂ ਵਿੱਚ ਖਚਤ ਨਾ ਹੋਈ। ਰੰਗ ਤਮਾਸ਼ੇ ਬਹੁ ਵਿਧੀ ਚਾਏ ਲੱਗ ਰਹਿਆ, ਚਿੱਤ ਨ ਆਇਓ ਪਾਰ ਬ੍ਰਹਮ, ਤਾਂ ਸਰਪ ਕੀ ਜੂਨ ਗਿਆ। ਸਾਹਿਬ ਕਹਿੰਦੇ ਜਿਹਨੂੰ ਮਾਲਕ ਦੇ ਗੀਤ ਗਾਉਣੇ ਆ ਗਏ, ਉਹਦੀ ਜਿੰਦ ਰੂਪੀ ਬੇੜੀ ਜਿਹੜੀ ਆ ਉਹ ਭਾਵ ਸਾਗਰ ਵਿੱਚ ਡੁੱਬਣ ਤੋਂ ਬਚ ਕੇ ਪਾਰ ਹੋ ਜਾਂਦੀ ਹੈ। ਇਸ ਕਰਕੇ ਗੋਬਿੰਦ ਦੇ ਗੁਣ ਗਾਓ, ਮਾਲਕ ਦਾ ਹਰ ਜਸ ਕਰੋ, ਪਰਮਾਤਮਾ ਦੇ ਗੀਤ ਗਾਵੋ। ਜਿਨ੍ਹਾਂ ਨੇ ਪਰਮਾਤਮਾ ਦੇ ਗੀਤ ਗਾਏ ਉਹ ਸੁਰਖਰੂ ਹੋ ਕੇ ਆਪਣੀ ਇਸ ਬੇੜੀ ਨੂੰ ਪਾਰ ਲਾ ਗਏ। ਤੇ ਜਿਨ੍ਹਾਂ ਨੇ ਦੁਨੀਆ ਦੇ ਰੰਗਾਂ ਤਮਾਸ਼ਿਆਂ ਵਿੱਚ, ਦੁਨਿਆਵੀ ਅਸ਼ਲੀਲ ਗੀਤਾਂ ਵਿੱਚ ਆਪਣੇ ਆਪ ਨੂੰ ਜੋੜ ਲਿਆ, ਉਹਨਾਂ ਦੀ ਬੇੜੀ ਡੁੱਬਦੀ ਨੂੰ ਬਹੁਤਾ ਚਿਰ ਨਹੀਂ ਲੱਗਦਾ, ਕਿਉਂਕਿ ਬਾਜ ਗੁਰੂ ਡੁੱਬਾ ਜਗ ਸਾਰਾ। ਸਭ ਕਹਿੰਦੇ ਮੈਂ ਵੇਖਿਆ ਅਗਿਆਨਤਾ ਦੇ ਕਾਰਨ ਗੁਰੂ ਤੋਂ ਬਿਨਾਂ ਸਾਰਾ ਸੰਸਾਰ ਜਿਹੜਾ ਹੈ ਉਹ ਡੁੱਬਦਾ ਹੋਇਆ ਸੰਸਾਰ ਵਿੱਚ ਵੇਖਿਆ ਜਾ ਸਕਦਾ ਹੈ। ਪਰ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਨੂੰ ਸਿੱਖਿਆ ਦਿੱਤੀ ਹੈ ਕਿ ਬਹੁਤ ਜਨਮ ਭਰਮਤ ਤੈ ਹਾਰਿਓ, ਅਸਥਿਰ ਮਤ ਨਹੀਂ ਪਾਈ, ਮਾਨਸ ਦੇ ਪਾਏ ਪਦ ਹਰ ਭਜ, ਨਾਨਕ ਬਾਤ ਬਤਾਈ, ਨਾਨਕ ਬਾਤ ਬਤਾਈ। ਬਹੁਤ ਜਨਮ ਪਰਮਤ ਤੈ ਹਾਰਿਓ, ਬਹੁਤ ਜਨਮ ਪਰਮਤ ਤੈ ਹਾਰਿਓ, ਅਸਥਿਰ ਮਤ ਨਹੀਂ ਪਾਈ, ਅਸਥਿਰ ਮਤ ਨਹੀਂ ਪਾਈ। ਮਾਨਸ ਦੇ ਪਾਏ ਪਦ ਹਰ ਭਜ, ਮਾਨਸ ਦੇ ਪਾਏ ਪਦ ਹਰ ਭਜ, ਨਾਨਕ ਬਾਤ ਬਤਾਈ, ਨਾਨਕ ਬਾਤ ਬਤਾਈ। ਸਾਹਿਬ ਕਹਿੰਦੇ ਫੇਰ ਨਾ ਕਈ ਮੇਰੇ ਗੁਰੂ ਨੇ ਮੈਨੂੰ ਦੱਸਿਆ ਨਹੀਂ, ਆਵੇ ਤੇਰਾ ਨੌਵਾਂ ਗੁਰੂ, ਗੁਰੂ ਨਾਨਕ ਤੈਨੂੰ ਦੱਸ ਰਿਹਾ ਤੇ ਬੜੀ ਪਿਆਰੀ ਬਾਤ ਦੱਸ ਰਿਹਾ ਹੈ। ਵੇਖ ਤੇਰੇ ਗੁਰੂ ਨੇ ਤੈਨੂੰ ਇਹ ਬਾਤ ਦੱਸ ਦਿੱਤੀ, ਫੇਰ ਨਾ ਕਵੀ ਮੇਰੇ ਗੁਰੂ ਨੇ ਮੈਨੂੰ ਦੱਸਿਆ ਨਹੀਂ। ਇਹ ਮਨੁੱਖਾ ਜੀਵਨ ਬਾਰ-ਬਾਰ ਨਹੀਂ ਮਿਲਣਾ, ਇਸ ਕਰਕੇ ਮਨੁੱਖਾ ਜੀਵਨ ਦੀ ਬੇੜੀ ਭਾਵ ਸਾਗਰ ਵਿੱਚ ਡੁੱਬਣ ਤੋਂ ਬਚ ਸਕੇ ਤੂੰ ਪਰਮਾਤਮਾ ਦੇ ਗੀਤ ਗਾ, ਮਾਲਕ ਦੇ ਗੁਣ ਗਾ। ਸੱਚਮੁੱਚ ਗੁਰੂ ਤੇਗ ਬਹਾਦਰ ਸਾਹਿਬ ਨੇ ਜਿੱਥੇ ਕਿਰਤ ਦਾ ਬੇੜਾ ਪਾਰ ਕੀਤਾ, ਸਾਡੀ ਜਿੰਦ ਰੂਪੀ ਬੇੜੀ ਨੂੰ ਪਾਰ ਕਰਨ ਦਾ ਢੰਗ ਤਰੀਕਾ ਦੱਸਿਆ। ਉੱਥੇ ਚਾਂਦਨੀ ਚੌਂਕ ਵਿਖੇ ਆਪਣਾ ਸੀਸ ਕਟਾ ਕੇ ਹਿੰਦੂ ਧਰਮ ਦੀ ਜਿਹੜੀ ਬੇੜੀ ਸੀ ਉਹਨੂੰ ਡੁੱਬਣ ਤੋਂ ਬਚਾਇਆ। ਜਦੋਂ ਸਤਿਗੁਰਾਂ ਨੂੰ ਡਰਾਉਣੀ ਹਵੇਲੀ ਵਿੱਚ ਰੱਖਿਆ ਗਿਆ
ਕਿ ਜਿਹੜੀ ਗੱਲ ਅਸੀਂ ਕਰਨੀ ਹੈ ਇਹ ਡਰਾਉਣੀ ਹਵੇਲੀ ਕਰ ਦੇਵੇਗੀ। ਸਤਿਗੁਰੂ ਡਰੇ ਨਹੀਂ, ਕਿਉਂਕਿ ਉਹਨਾਂ ਦਾ ਉਪਦੇਸ਼ ਹੈ, ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ। ਫਿਰ ਅਗਲਾ ਡਰਾਵਾ ਸੀ ਵੀ 3 ਸਿੱਖ ਸ਼ਹੀਦ ਕੀਤੇ ਕਰਮਵਾਰ ਆਰੇ ਨਾਲ ਚੀਰ ਕੇ। ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਅੱਗ ਲਾ ਕੇ ਸਾੜ ਕੇ ਸ਼ਹੀਦ ਕੀਤਾ ਗਿਆ। ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲਿਆ ਗਿਆ। ਗੁਰੂ ਤੇਗ ਬਹਾਦਰ ਸਾਹਿਬ ਫਿਰ ਅਡੋਲ ਰਹੇ। ਫਿਰ 3 ਸ਼ਰਤਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਅੱਗੇ ਰੱਖੀਆਂ ਗਈਆਂ। ਉਹ 3 ਸ਼ਰਤਾਂ ਕਿਹੜੀਆਂ ਸਨ? ਸਭ ਤੋਂ ਪਹਿਲੀ ਸ਼ਰਤ ਸੀ ਕਿ ਤੁਸੀਂ ਇਸਲਾਮ ਧਾਰਨ ਕਰੋ, ਸ਼ਰਅ ਦੇ ਮੁਤਾਬਕ ਚੱਲੋ ਤੇ ਕਲਮਾ ਪੜ੍ਹੋ। ਸਾਹਿਬ ਕਹਿਣ ਲੱਗੇ, ਜਾਓ ਜਾ ਕੇ ਆਪਣੇ ਔਰੰਗਜ਼ੇਬ ਬਾਦਸ਼ਾਹ ਨੂੰ ਕਹਿ ਦਿਓ ਕਿ ਜਿਵੇਂ ਤੁਹਾਨੂੰ ਆਪਣਾ ਦੀਨ ਪਿਆਰਾ, ਸਾਨੂੰ ਆਪਣਾ ਧਰਮ ਪਿਆਰਾ ਹੈ। ਹਰ ਇੱਕ ਮਨੁੱਖ ਨੂੰ ਆਪੋ ਆਪਣੇ ਧਰਮ ਵਿੱਚ ਕਾਇਮ ਰਹਿਣਾ ਚਾਹੀਦਾ ਹੈ। ਜਾਓ ਆਓ ਕਿਤੇ ਵੀ। ਗੁਰੂ ਨਾਨਕ ਸਾਹਿਬ ਜੋਗੀਆਂ ਕੋਲ ਗਏ ਪਰ ਜੋਗੀ ਨਹੀਂ ਬਣੇ, ਸਗੋਂ ਕੀਤੋ ਆਪਣਾ ਪੰਥ ਨਿਰਾਲਾ। ਉਹਨਾਂ ਨੂੰ ਦੱਸਿਆ ਕਿ ਅਸਲ ਜੋਗ ਕੀ ਹੈ। ਅੰਜਨ ਮਾਹੇ ਨਿਰੰਜਨ ਰਹੀ ਹੈ, ਜੋਗ ਜੁਗ ਤੇ ਪਾਈ ਹੈ। ਤੇ ਅੱਜ ਤੁਸੀਂ ਵੀ ਦੱਸਿਆ ਕਰੋ ਵੀ ਰੱਬ ਨਾ ਕਰੇ ਜੇ ਗੋਰਾ ਫੇਰ ਆ ਗਿਆ ਤੇ ਲੈ ਲਿਓ ਆਜ਼ਾਦੀ ਤੁਸੀਂ ਯੋਗਾ ਕਰਕੇ। ਯੋਗੇ ਨਾਲ ਆਜ਼ਾਦੀ ਨਹੀਂ ਜੇ ਮਿਲਣੀ। ਆਜ਼ਾਦੀ ਮਿਲਣੀ ਆ ਜਿਹੜੀਆਂ ਧਰਮ ਜੰਗਾਂ ਲੜੀਆਂ ਗਈਆਂ, ਆਜ਼ਾਦੀ ਮਿਲੀ ਜਿਹੜੀਆਂ ਸ਼ਹਾਦਤਾਂ ਦਿੱਤੀਆਂ ਗਈਆਂ। ਇਸੇ ਕਰਕੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਾਵਨ ਸ਼ਸਤਰ ਇੰਗਲੈਂਡ ਦੀ ਧਰਤੀ ਤੋਂ ਵਾਪਸ ਲਿਆਂਦੇ ਗਏ ਤੇ ਪਾਲਮ ਏਅਰਪੋਰਟ 'ਤੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਸ਼ਸਤਰਾਂ ਨੂੰ ਆਪਣੇ ਹੱਥਾਂ ਵਿੱਚ ਸੰਭਾਲ ਕੇ ਮੱਥੇ ਨਾਲ ਲਾ ਕੇ ਕਿਹਾ ਸੀ, ਗੁਰੂ ਗੋਬਿੰਦ ਸਿੰਘ ਜੀ, ਜੇ ਉਸ ਵੇਲੇ ਤੁਸੀਂ ਆਹ ਸ਼ਸਤਰ ਨਾ ਚੁੱਕਦੇ ਤੇ ਅੱਜ ਜੋ ਸਾਨੂੰ ਆਹ ਸੰਸਕ੍ਰਿਤੀ ਵੇਖ ਰਹੇ ਹਾਂ ਇਹ ਨਹੀਂ ਸੀ ਦਿਸਣੀ। ਉਸ ਵੇਲੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸ਼ਰਮ ਸਿੰਘ ਸ਼ਰਮ, ਉਹ ਕਵੀ ਸਨ। ਉਹਨਾਂ ਨੇ ਧਾਰਮਿਕ ਮਰਿਆਦਾ ਦੇ ਮੁਤਾਬਕ ਸ਼ਸਤਰਾਂ ਦੇ ਨਾਲ ਨਾਲ ਚੱਲਣਾ ਸੀ। ਅਨੰਦਪੁਰ ਸਾਹਿਬ ਸ਼ਸਤਰ ਪਹੁੰਚਾਉਣੇ ਸਨ। ਉਹਨਾਂ ਨੇ ਰਸਤੇ ਵਿੱਚ ਆਉਂਦਿਆਂ ਇੱਕ ਕਵਿਤਾ ਲਿਖੀ ਸੀ। ਕਹਿਣ ਲੱਗੇ, ਉਂਝ ਤਾਂ ਦੁਨੀਆ 'ਚ ਬਥੇਰੇ ਨੇ ਸ਼ਸਤਰ, ਪਰ ਇਹਨਾਂ ਵਿੱਚ ਵਾਧਾ ਏ ਕਿ ਤੇਰੇ ਨੇ ਸ਼ਸਤਰ। ਇਹਨਾਂ ਸ਼ਸਤਰਾਂ 'ਤੇ ਹੱਕ ਹੈ ਸਾਰਿਆਂ ਦਾ, ਇਕੱਲੇ ਤੇਰੇ ਨਾ ਮੇਰੇ ਨੇ ਸ਼ਸਤਰ। ਇਹ ਸ਼ਸਤਰ ਨੇ ਨਸਤਰ ਗੁਰੂ ਵੈਦ ਦੇ, ਰੋਗੀ ਦੇ ਮਿੱਤਰ ਭਲੇਰੇ ਨੇ ਸ਼ਸਤਰ। ਇਹ ਸ਼ਸਤਰ ਨੇ ਕਿਸੇ ਆਦਰਸ਼ ਦੇ ਲਖਾਇਕ, ਧਰਮ ਦੀ ਧੁਜਾ ਦੇ ਫਰੇਰੇ ਨੇ ਸ਼ਸਤਰ। ਇਹਨਾਂ ਸ਼ਸਤਰਾਂ ਨੇ ਸ਼ਰਮ ਰੱਖੀ ਵਤਨ ਦੀ, ਤਾਈਓ ਪੂਜਦਾ ਵਤਨ ਅੱਜ ਤੇਰੇ ਨੇ ਸ਼ਸਤਰ। ਵੀ ਜੇ ਅੱਜ ਲਾਲ ਬਹਾਦਰ ਸ਼ਾਸਤਰੀ ਪ੍ਰਧਾਨ ਮੰਤਰੀ ਸ਼ਸਤਰਾਂ ਨੂੰ ਮੱਥਾ ਟੇਕ ਰਿਹਾ, ਸਤਿਕਾਰ ਕਰ ਰਿਹਾ, ਇਹਦਾ ਮਤਲਬ ਇਹਨਾਂ ਸ਼ਸਤਰਾਂ ਨੇ ਇਸ ਦੇਸ਼ ਦੀ ਸੰਸਕ੍ਰਿਤੀ ਬਚਾਈ ਹੈ। 3 ਸ਼ਰਤਾਂ ਰੱਖੀਆਂ। ਕਹਿਣ ਲੱਗੇ, ਪਹਿਲੀ ਗੱਲ ਵੀ ਇਸਲਾਮ ਧਾਰਨ ਕਰੋ, ਸਤਿਗੁਰੂ ਨੇ ਇਨਕਾਰ ਕਰ ਦਿੱਤਾ। ਦੂਸਰੀ ਕਰਾਮਾਤ ਵਿਖਾਓ। ਸਾਹਿਬ ਕਹਿਣ ਲੱਗੇ, ਧਰਮ ਦੇ ਮਾਰਗ 'ਤੇ ਚੱਲਿਆਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਆ ਜਾਣਾ ਕੋਈ ਬਹੁਤੀ ਵੱਡੀ ਗੱਲ ਨਹੀਂ। ਨਵ ਨਿੱਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਤੇ ਜੇ ਕੋਈ ਗੁਰੂ ਨਾਲ ਜੁੜ ਜਾਵੇ, ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆਵੈ ਧਾਏ। ਪਰ ਅੱਜ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਘਰ ਆਉਣ ਨਹੀਂ ਦਿੰਦੇ। ਆਪਾਂ ਕਹਿੰਦੇ ਖੁਸ਼ੀ ਸਮੇਂ ਸਾਨੂੰ ਸੋਠ ਮਹੱਲਾ ਪੰਜਵਾਂ ਗੁਰਪੂਰੈ ਕਿਰਪਾ ਧਾਰੀ ਇਹ ਸੁਣਾਓ। ਪਰ ਜੇ ਕਿਤੇ ਹੋਵੇ ਖੁਸ਼ੀ ਦਾ ਮੌਕਾ ਤੇ ਗੁਰੂ ਤੇਗ ਬਹਾਦਰ ਸਾਹਿਬ ਸਾਡੇ ਘਰ ਬੋਲ ਪੈਣ, ਸੋਠ ਮਹੱਲਾ ਨਾਵਾਂ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਤੇ ਉਹਦੇ ਵਿੱਚ ਵੀ ਤੇ ਜ਼ਿਕਰ ਆਉਂਦਾ ਹੈ ਨਾ, ਗੁਰ ਕਿਰਪਾ ਜੇ ਨਰ ਕੋ ਕੀਨੀ ਤਿਹ ਇਹ ਜੁਗਤ ਪਛਾਨੀ। ਪਰ ਆਪਾਂ ਕੇਵਲ ਅੱਖਰੀ ਅਰਥਾਂ ਨਾਲ ਜੁੜ ਗਏ ਵੀ ਲੱਖ ਖੁਸ਼ੀਆਂ ਪਾਤਸ਼ਾਹੀਆਂ। ਪਰ ਉਹਦੇ ਵਿੱਚ ਵੀ ਲਿਖਿਆ ਵੀ ਇੱਕ ਤੋਂ ਬਿਨਾਂ ਸਾਰਿਆਂ ਹੀ ਮਰ ਜਾਣਾ। ਜੇ ਆਹ ਸਮਝੇਗਾ ਨਾ ਤੇ ਫਿਰ ਲੱਖ ਖੁਸ਼ੀਆਂ ਪਾਤਸ਼ਾਹੀਆਂ ਦਾ ਤੈਨੂੰ ਅਨੁਭਵ ਹੋਵੇਗਾ। ਇੱਕ ਤੋਂ ਬਿਨਾਂ ਸਭ ਕੁਝ ਧੰਦ ਹੈ, ਇੱਕ ਤੋਂ ਬਿਨਾਂ ਸਭ ਕੁਝ ਬਿਨਸਨਹਾਰ ਹੈ। ਹਰ ਇੱਕ ਸ਼ਬਦ ਵਿੱਚ ਮੌਤ ਦੀ ਗੱਲ ਹੈ, ਹਰ ਇੱਕ ਸ਼ਬਦ ਵਿੱਚ ਜੀਵਨ ਦੀ ਗੱਲ ਹੈ। ਖੋਲ੍ਹ ਦਿਓ ਗੁਰੂ ਤੇਗ ਬਹਾਦਰ ਸਾਹਿਬ ਵਾਸਤੇ ਆਪਣੇ ਘਰਾਂ ਦੇ ਦਰਵਾਜ਼ੇ, ਕਿਉਂਕਿ ਭਾਈ ਲੱਖੀ ਸ਼ਾਹ ਵਣਜਾਰਾ ਤਾਂ ਆਪਣੇ ਘਰ ਨੂੰ ਅੱਗ ਲਾ ਦਿੰਦਾ ਹੈ ਵੀ ਘਰ ਬਾਅਦ ਵਿੱਚ ਹੈ, ਗੁਰੂ ਪਹਿਲਾਂ ਹੈ। ਭਾਈ ਜੈਤਾ ਆਪਣੇ ਆਪ ਨੂੰ ਖਤਰੇ ਵਿੱਚ ਪਾ ਕੇ ਸੀਸ ਅਦਬ ਸਹਿਤ ਲਿਜਾਂਦਾ ਹੈ। ਤਰਾਵੜੀ, ਨਾਭਾ ਸਾਹਿਬ, ਕੀਰਤਪੁਰ ਸਾਹਿਬ ਹੁੰਦਾ ਹੋਇਆ ਅਨੰਦਪੁਰ ਸਾਹਿਬ। ਔਰੰਗਜ਼ੇਬ ਦਾ ਚੈਲੰਜ ਸੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਰੀਰ ਦੇ ਟੁਕੜੇ ਕਰਕੇ ਦਿੱਲੀ ਦੇ ਮੁੱਖ ਦਰਵਾਜ਼ਿਆਂ 'ਤੇ ਟੰਗੇ ਜਾਣ। ਚਾਚਾ ਫੱਗੂ ਜਦੋਂ ਘਰ ਬਣਾਉਂਦਾ ਹੈ ਨਾ ਤੇ ਰਾਜ ਮਿਸਤਰੀਆਂ ਨੂੰ ਕਹਿੰਦਾ, ਮੇਰੇ ਗੁਰੂ ਤੇਗ ਬਹਾਦਰ ਸਾਹਿਬ ਨੇ ਘੋੜੀ 'ਤੇ ਸਵਾਰ ਹੋ ਕੇ ਆਉਣਾ, ਮੇਰੇ ਘਰ ਦਾ ਦਰਵਾਜ਼ਾ ਇੰਨਾ ਉੱਚਾ ਰੱਖਿਓ ਵੀ ਗੁਰੂ ਸਾਹਿਬ ਨੂੰ ਉਤਰਨਾ ਨਾ ਪਏ, ਉਹ ਚੜ੍ਹੇ ਚੜ੍ਹਾਤੇ ਆਉਣ।
ਤੇ ਅੱਜ ਸਾਡਾ ਵੀ ਇਹੋ ਜਿਹਾ ਪਿਆਰ ਬਣ ਜੇ, ਆਪਾਂ ਘਰ ਵਿੱਚ ਸਭ ਤੋਂ ਵੱਡਾ ਤੇ ਸਭ ਤੋਂ ਵਧੀਆ ਕਮਰਾ ਗੁਰੂ ਗ੍ਰੰਥ ਸਾਹਿਬ ਵਿੱਚ ਵਾਸਤੇ ਬਣਾਈਏ। ਇਹ ਨਾ ਹੋਵੇ ਵੀ ਆਪਣਾ ਕਮਰਾ 15 ਬਾਈ 20 ਦਾ, ਤੇ ਜੇ ਪੁੱਛੀਏ ਵੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਿੱਥੇ, ਕਹਿੰਦੇ ਪੌੜੀਆਂ ਥੱਲੇ ਕੀਤਾ ਹੈ। ਪੌੜੀਆਂ ਥੱਲੇ, ਵੀ ਉਹਦੇ ਨਾਲੋਂ ਨਾ ਕਰੋ, ਗੁਰਦੁਆਰੇ ਸਾਹਿਬ ਆਇਆ ਕਰੋ। ਜੇ ਕਰਨਾ ਤੇ ਫਿਰ ਸਭ ਤੋਂ ਵੱਡਾ ਕਮਰਾ, ਸਭ ਤੋਂ ਸੋਹਣੀ ਜਗ੍ਹਾ ਜਿਹੜੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਗੁਰੂ ਅਰਜਨ ਦੇਵ ਮਹਾਰਾਜ ਨੇ ਦੱਸ ਦਿੱਤਾ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੈ। ਪਹਿਲਾ ਪ੍ਰਕਾਸ਼ ਸਥਾਨ ਗੁਰੂ ਗ੍ਰੰਥ ਸਾਹਿਬ ਦਾ ਸ੍ਰੀ ਹਰਿਮੰਦਰ ਸਾਹਿਬ ਤਿਆਰ ਕੀਤਾ, ਵੀ ਇਹੋ ਜਿਹਾ ਸਥਾਨ ਚਾਹੀਦਾ ਗੁਰੂ ਗ੍ਰੰਥ ਸਾਹਿਬ ਦਾ ਜਿੱਥੇ ਪ੍ਰਕਾਸ਼ ਕਰਨਾ। ਜਦੋਂ ਦੂਜੀ ਗੱਲ ਕਹੀ ਕਰਾਮਾਤ, ਕਹਿਣ ਲੱਗੇ ਕਰਾਮਾਤ ਮਾਲਕ ਦੀ ਬਖਸ਼ਿਸ਼ ਹੈ, ਪਰ ਬਿਨਾਂ ਵਜ੍ਹਾ ਇਹਨੂੰ ਵਿਖਾਉਣਾ ਇਹਦੇ ਵਰਗਾ ਕਹਿਰ ਕੋਈ ਨਹੀਂ। ਤੀਸਰੀ ਗੱਲ ਵੀ ਸ਼ਹੀਦ ਹੋਣ ਲਈ ਤਿਆਰ ਹਾਂ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, 3 ਗੱਲਾਂ ਕਹੀਆਂ, 3 ਬਾਤ ਨਿਰਣੈ ਕਰ ਲੀਜੈ, ਲਖੋ ਭਲੀ ਸੋ ਧਾਰਨ ਕੀਜੈ। ਸ਼ਰਾ ਚਲੋ ਕਲਮੇ ਕੋ ਪੜ੍ਹ ਮੁਖ, ਦੇ ਸ਼ਾ ਭੋਗੈ ਸਭ ਬਿਦ ਸੁਖ। ਜੇ ਹੱਠ ਕਰੋ ਨਾ ਮਾਨੋ ਇਹੋ, ਕਰਾਮਾਤ ਕਾਮਲ ਹੋਏ ਦੇਹੋ। ਜੇ ਇਹ ਦੋਨੋਂ ਨਾਹਨ ਮਾਨੋ, ਆਪਣੇ ਪਾਨ ਪ੍ਰਾਨ ਕੋ ਹਾਨੋ। ਸਤਿਗੁਰੂ ਕਹਿੰਦੇ ਸ਼ਹੀਦ ਹੋਣ ਲਈ ਤਿਆਰ। ਜਿਹੜਾ ਜਲਾਲੁਦੀਨ ਸਮਾਣੇ ਦਾ ਰਹਿਣ ਵਾਲਾ ਜਲਾਦ, ਉਹਨੇ ਆਪਣੇ ਹੱਥ ਵਿੱਚ ਤੇਗ ਪਕੜੀ, ਨਾਲੇ ਉਹਨੂੰ ਲਿਸ਼ਕਾ ਕੇ ਦੱਸਣ ਲੱਗਾ ਵੀ ਮਤਾਂ ਸੋਚਿਓ ਤੁਸੀਂ ਗੁਰੂ ਸਾਹਿਬ ਹੋ, ਤੇ ਜਦੋਂ ਮੈਂ ਤੇਗ ਚਲਾ ਕੇ ਤੁਹਾਡਾ ਸੀਸ ਕੱਟਣ ਲੱਗਾਂਗਾ ਤੇ ਮੇਰਾ ਹੱਥ ਕੰਬ ਜੇਗਾ, ਮੇਰਾ ਤੇ ਪਿਤਾ ਪੁਰਖੀ ਕੰਮ ਸਿਰ ਕੱਟਣੇ ਆ। ਉਹਨਾਂ ਸੋਚਿਆ ਵੀ ਇਦਾਂ ਦੀਆਂ ਗੱਲਾਂ ਕਰਕੇ ਵੇਖੀਏ। ਕਾਜੀ ਕਹਿਣ ਲੱਗਾ ਵੀ ਜਦੋਂ ਮੈਂ ਫਤਵਾ ਪੜਾਂਗਾ, ਮੌਤ ਦੀ ਸਜ਼ਾ ਸੁਣਾਵਾਂਗਾ, ਤੇ ਮੇਰੀ ਜ਼ੁਬਾਨ ਕੰਬਣੀ ਨਹੀਂ, ਮੇਰਾ ਤਾਂ ਪਿਤਾ ਪੁਰਖੀ ਕੰਮ ਹੈ, ਮੈਂ ਸਜ਼ਾਵਾਂ ਸੁਣਾਉਣਾ। ਤੇ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਖਿੜਖੜਾ ਕੇ ਹੱਸੇ। ਆਮ ਕਰਕੇ ਜਿਹੜੇ ਲੋਕ ਖਿੜਖੜਾ ਕੇ ਹੱਸਦੇ ਨੇ, ਜਦੋਂ ਕਿਤੇ ਸੰਕਟ ਆਵੇ ਵੇਖੋ ਕਿੱਦਾਂ ਬਿੱਲੀ ਬਣ ਜਾਂਦੇ ਨੇ। ਪਰ ਗੁਰੂ ਤੇਗ ਬਹਾਦਰ ਸਾਹਿਬ ਸਾਰੀ ਉਮਰ ਗੰਭੀਰ ਰਹੇ, ਪਰ ਅੱਜ ਚਾਂਦਨੀ ਚੌਂਕ ਵਿੱਚ ਖਿੜਖੜਾ ਕੇ ਹੱਸੇ। ਕਹਿਣ ਲੱਗੇ ਫਿਰ ਤਾਂ ਬੜਾ ਮਜ਼ਾ ਆਵੇਗਾ, ਇੱਕ ਪਿਤਾ ਪੁਰਖੀ ਫਤਵੇ ਪੜ੍ਹਨ ਵਾਲਾ, ਇੱਕ ਸਿਰ ਕੱਟਣ ਵਾਲਾ, ਤੇ ਜਿਹਨੂੰ ਡਰਾ ਰਹੇ ਹੋ ਇਹ ਵੀ ਤਾਂ ਪਿਤਾ ਪੁਰਖੀ ਸਿਰ ਦੇਣ ਵਾਲਾ ਹੈ। ਸਾਨੂੰ ਤਾਂ ਗੁਰੂ ਅਰਜਨ ਦੇਵ ਜੀ ਤੋਂ ਹੀ ਵਿਰਸਾ ਮਿਲਿਆ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਤਤੀ ਤਵੀ ਤੇ ਬੈਠੇ ਸਨ, ਤੇ ਸਾਈਂ ਮੀਆਂ ਮੀਰ ਨੂੰ ਕਿਹਾ ਸੀ, ਸਾਈਂ ਜੀ ਆ ਜਿਹੜੀ ਬੀਜ ਮਾਤਰ ਸ਼ਹਾਦਤ ਦੇਣ ਲੱਗੇ ਆ ਨਾ, ਵੇਖਿਓ ਲਾਹੌਰ ਦੀ ਧਰਤੀ ਤੇ ਬੀਜ ਬੀਜਿਆ, ਇਹਦਾ ਬੂਟਾ ਬਣ ਕੇ ਇਹਦੇ ਟਾਹਣੇ ਚਾਂਦਨੀ ਚੌਂਕ ਤੱਕ ਜਾਣੇ, ਇਹਦੇ ਫੁੱਲ ਖਿੜਨਗੇ ਜਾ ਕੇ ਚਮਕੌਰ ਦੀ ਗੜੀ ਵਿੱਚ। ਅੱਧ ਖਿੜੀਆਂ ਕਲੀਆਂ ਇਹਦੀਆਂ ਤੋੜ ਕੇ ਸਰਹੰਦ ਦੀ ਦੀਵਾਰ ਵਿੱਚ ਕੋਈ ਚਿਣੇਗਾ, ਇਹਦੇ ਤੇ ਆਰੇ ਚੱਲਣਗੇ, ਰੰਬੀਆਂ ਚੱਲਣਗੀਆਂ, ਦਾਤਰੀਆਂ ਚੱਲਣਗੀਆਂ, ਇੱਥੇ ਟੈਂਕ ਚੜ੍ਹ ਕੇ ਤੋਪਾਂ ਚੜ੍ਹ ਕੇ ਆਉਣਗੀਆਂ, ਫਾਂਸੀ ਦੇ ਰੱਸੇ ਆਉਣਗੇ, ਲੱਖਾਂ ਤਰ੍ਹਾਂ ਦੀ ਪੱਤ ਝੜ ਆਵੇਗੀ। ਪਰ ਮਜਾਲ ਹੈ ਵੀ ਇਹ ਬੂਟਾ ਸੁੱਕੇਗਾ, ਕਿਉਂਕਿ ਇਹਨੂੰ ਆਪਾਂ ਖੂਨ ਦਾ ਪਾਣੀ ਪਾ ਕੇ ਸਿੰਜ ਕੇ ਚੱਲੇ। ਜਿਹੜੇ ਸਾਹਿਬ ਨੇ ਬੋਲ ਕੇ ਕਿਸੇ ਕਵੀ ਨੇ ਲਿਖੇ, ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਥੋੜ੍ਹੇ ਦਿਨਾਂ ਦੇ ਵਿੱਚ ਹੀ ਫੁੱਲ ਇਸ ਦੇ ਖਿੱਲਰ ਜਾਣਗੇ ਸਾਰੇ ਸੰਸਾਰ ਅੰਦਰ। ਕੋਈ ਚਾਂਦਨੀ ਚੌਂਕ ਨੂੰ ਭਾਗ ਲਾਸੀ ਚੜ੍ਹ ਕੇ, ਦੇਸ਼ ਦੇ ਦਰਦ ਪਿਆਰ ਅੰਦਰ। ਮੈਕ ਉੱਠੂ ਚਮਕੌਰ ਦੀ ਜੂ ਸਾਰੀ, ਟੁੱਟੇ ਜਦੋਂ ਦੋ ਰੁੱਤ ਬਹਾਰ ਅੰਦਰ। ਅੱਧ ਖਿੜੇ ਹੀ ਤੋੜ ਕੇ ਟਾਹਣੀਆਂ ਤੋਂ, ਚਿਣ ਦੇਵੇਗਾ ਕੋਈ ਦੀਵਾਰ ਅੰਦਰ। ਸਦਾ ਰਹੇਗੀ ਬਣੀ ਬਹਾਰ ਇਸ ਤੇ, ਲਾਗੇ ਖਿਜਾਨ ਇਸ ਦੇ ਢੁਕਣਾ ਨਹੀਂ। ਲੱਗੀ ਔੜ ਤੇ ਇਸ ਨੇ ਸੁੱਕਣਾ ਨਹੀਂ, ਕਿਉਂਕਿ ਖੂਨ ਸ਼ਹੀਦਾਂ ਦਾ ਮੁੱਕਣਾ ਨਹੀਂ। ਅੱਜ ਵੀ ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜਾ ਸਰਬੰਸ ਕੁਰਬਾਨ ਕੀਤਾ, ਉਸ ਤੋਂ ਬਾਅਦ ਸੈਂਕੜੇ ਆਰਿਆਂ ਨਾਲ ਚੀਰੇ ਜਾਣ ਵਾਲੇ, ਚਰਖੜੀਆਂ ਤੇ ਚੜ੍ਹਨ ਵਾਲੇ, ਰੰਬੀਆਂ ਨਾਲ ਕੋਪਰ ਲਵਾਉਣ ਵਾਲੇ, ਫਾਂਸੀਆਂ ਦੇ ਰੱਸੇ ਚੁੰਮਣ ਵਾਲੇ ਤਿਆਰ ਹੋ ਗਏ। ਤੇ ਜਦੋਂ ਵੀ ਕੋਈ ਸਿੱਖ ਸ਼ਹਾਦਤ ਦਿੰਦਾ ਤੇ ਉਹਨਾਂ ਦੇ ਸਾਹਮਣੇ ਗੁਰੂ ਸਾਹਿਬ ਦੇ ਪਰਉਪਕਾਰ ਆ ਜਾਂਦੇ। ਜਦੋਂ ਲਿਸ਼ਕਵੀਂ ਤੇਗ ਲੈ ਕੇ ਜਲਾਦ ਨੇ ਡਰਾਉਣ ਦਾ ਯਤਨ ਕੀਤਾ, ਮੈਂ ਸਮਾਪਤੀ ਵਾਲੇ ਪਾਸੇ ਆਵਾਂ, ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਵੀ ਆਹ ਤੇਗ ਮੈਨੂੰ ਲਿਸ਼ਕਾ ਕੇ ਵਿਖਾਉਣਾ, ਮੈਨੂੰ ਡਰਾਉਣਾ ਹੈ ਵੀ ਇਹ ਤੇਗ ਮੈਂ ਪਹਿਲੀ ਵਾਰ ਵੇਖੀ ਹੈ। ਮੈਂ ਤਾਂ ਛੋਟਾ ਜਿਹਾ ਹੁੰਦਾ ਸਾਂ ਜਦੋਂ ਆਪਣੇ ਪਿਤਾ ਦੇ ਤਨ 'ਤੇ 2 ਤਲਵਾਰਾਂ ਮੀਰੀ ਤੇ ਪੀਰੀ ਦੀਆਂ ਪਹਿਨੀਆਂ ਮੈਂ ਵੇਖ ਚੁੱਕਾ। ਤੇ ਅੱਜ ਵੀ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸ਼ਸਤਰਾਂ ਤੋਂ ਡਰ ਆਉਂਦਾ ਹੋਵੇ ਨਾ, ਉਹਨਾਂ ਨੂੰ ਦੱਸਿਆ ਕਰੋ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਤੇ ਲਕਬ ਹੀ ਤੇਗ ਬਹਾਦਰ ਸ਼ਸਤਰਾਂ ਨਾਲ ਜੁੜਿਆ। ਗੁਰੂ ਨੂੰ ਤੁਸੀਂ ਸ਼ਸਤਰਾਂ ਤੋਂ ਵੱਖ ਕਰਕੇ ਨਹੀਂ ਜੇ ਵੇਖ ਸਕਦੇ।
ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਮੈਨੂੰ ਡਰਾਉਣਾ, ਮੇਰਾ ਤੇ ਲਕਬ ਹੀ ਤੇਗ ਹੈ। ਉੱਥੇ ਜਿਹੜੇ ਬੋਲ ਕਹੇ ਕਿਸੇ ਕਵੀ ਨੇ ਲਿਖੇ, ਸਾਹਿਬ ਕਹਿਣ ਲੱਗੇ ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ, ਇੱਕ ਦੋ ਨਹੀਂ ਪਰਖ ਲੈ 100 ਤੇਗਾਂ। ਓਏ ਮੈਨੂੰ ਲਕਬ ਹੀ ਤੇਗ ਬਹਾਦਰੀ ਦਾ, ਮੇਰੇ ਸਾਵੇਂ ਨਹੀਂ ਸਕਦੀਆਂ ਹੋ ਤੇਗਾਂ। ਮੈਂ ਤੇ ਜੰਮਦਿਆਂ ਤੇਗਾਂ ਦੀ ਸ਼ਾਮ ਆਣੀ, ਵੇਖ ਪਿਤਾ ਦੀਆਂ ਪੈਨੀਆਂ 2 ਤੇਗਾਂ। ਮੇਰੇ ਪਿਤਾ ਦੀ ਅਣਖ ਬਹਾਦਰੀ ਤੇ, ਰਿਆ ਪਰਖਦਾ ਤੇਰਾ ਪਿਓ ਤੇਗਾਂ। ਹੁਣ ਵੀ ਵੇਖੀ ਆਉਂਦੇ ਭਵਿੱਖ ਅੰਦਰ, ਮੇਰੇ ਪੁੱਤਰ ਨੇ ਵਾਉਣੀਆਂ ਉਹ ਤੇਗਾਂ। ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ, ਲੱਖਾਂ ਲਏਗੀ ਤੇਰੀਆਂ ਖੋਹ ਤੇਗਾਂ। ਸਾਹਿਬ ਕਹਿਣ ਲੱਗੇ ਗੁਰੂ ਤੇਗ ਬਹਾਦਰ ਸਾਹਿਬ ਤੇਗ ਚਲਾਉਣ ਵਿੱਚ ਵੀ ਬਹਾਦਰ ਤੇ ਤੇਗ ਸਹਾਰਨ ਦੇ ਵਿੱਚ ਵੀ ਬਹਾਦਰ। ਤੇ ਉਹਨਾਂ ਨੇ ਫਿਰ ਆਪਣਾ ਸੀਸ ਕਟਵਾ ਕੇ, ਕਿਉਂਕਿ ਜਦੋਂ ਜਲਾਦ ਨੇ ਤੇਗ ਨਾਲ ਵਾਰ ਕੀਤਾ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਕਟਿਆ ਗਿਆ। ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਸੀਸ ਕਟਵਾ ਕੇ ਭਾਰਤ ਦੀ ਸੰਸਕ੍ਰਿਤੀ ਨੂੰ, ਮਨੁੱਖਤਾ ਦੀ ਸੰਸਕ੍ਰਿਤੀ ਨੂੰ, ਧਰਮ ਦੀ ਸੰਸਕ੍ਰਿਤੀ ਨੂੰ ਬਚਾਇਆ। ਇਸ ਕਰਕੇ ਸਾਧਨ ਹੇਤ ਇਤੀ ਜਨ ਕਰੀ, ਸੀਸ ਦਿਆ ਪਰ ਸੀ ਨਾ ਉਚਰੀ। ਅੱਜ ਮਾਣ ਨਾਲ ਦੱਸਿਆ ਕਰੋ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਬੜੀ ਅਦੁੱਤੀ ਲਸਾਨੀ ਹੈ। ਜੋ ਆਸ਼ਿਕ हैं शहादत के वो जीना छोड़ देते हैं, खिलौना समझ कर जिस्म को खुशी से फोड़ देते हैं। ना ताजो तख्त ना हूरों की हसरत, खुदा खुदाई भी दे तो उसको मोड़ देते हैं। शहीदों की कत्लगाह से क्या बेहतर है काबा, शहीदों की खाक पे तो खुदा भी कुर्बान होता है। इस्लाम ये गल मानदा है, इस्लाम जिंदा होता है हर करबला के बाद, पर उन्हां कोल इक्को ही करबल है। साडी ते चप्पा चप्पा धरती, शहीद गंज, शीस गंज, कतलगढ़, सचमुच साडी चप्पा चप्पा धरती जिहड़ी है वो करबल है। ते जदों भी किसी शहीद गंज जां शीस गंज, गुरु तेग बहादुर साहब की याद विच 2 शीस गंज ने, एक चांदनी चौक दिल्ली जिथे शीस कटिया, ते दूजा आनंदपुर साहब जिथे शीस का संस्कार होया। 2 शीस गंज। ਤੇ ਜਦੋਂ ਵੀ ਕਿਤੇ ਮੁਕਤੀ ਨੂੰ ਕਿਸੇ ਨੇ ਪੁੱਛਿਆ ਨਾ ਵੀ ਤੂੰ ਮੁਕਤੀ ਆ, ਸਾਰਿਆਂ ਨੂੰ ਮੁਕਤ ਕਰਦੀ ਐ, ਜੇ ਤੂੰ ਮੁਕਤ ਹੋਣਾ ਹੋਵੇ ਤੇ ਇਹਦਾ ਕੀ ਰਾਜ ਹੈ? ਤੇ ਮੁਕਤੀ ਬੋਲ ਪਈ, ਕਹਿਣ ਲੱਗੀ ਮੁਕਤੀ ਹੂੰ ਮੁਕਤ ਕਰਤੀ ਹੂੰ ਬਸ਼ਰੇ ਪਾਕ ਕੋ, ਮੈਂ ਵੀ ਮੁਕਤ ਹੋਤੀ ਹੂੰ ਪਾ ਸ਼ਹੀਦੇ ਖਾਕ ਕੋ। ਜਿੱਥੇ ਕੋਈ ਸ਼ਹੀਦ ਗੰਜ ਹੋਵੇ, ਜਿੱਥੇ ਕਤਲਗਾਹ ਹੋਵੇ, ਜਾਓ ਕਦੇ ਚਮਕੌਰ ਸਾਹਿਬ, ਗੜੀ ਸਾਹਿਬ, ਕਤਲਗੜ੍ਹ ਸਾਹਿਬ, ਜਿੱਥੇ ਵੀ ਸ਼ਹੀਦ ਗੰਜ ਹੈ, ਜਿੱਥੇ ਵੀ ਸੀਸ ਗੰਜ ਹੈ, ਉਸ ਥਾਂ ਦੀ ਕਿਤੇ ਧੂੜੀ ਮਿਲ ਜੇ ਤੇ ਮੁਕਤੀ ਕਹਿੰਦੀ ਆ ਵੀ ਉਹ ਧੂੜੀ ਮੈਨੂੰ ਮੁਕਤ ਕਰਦੀ ਹੈ। ਸੱਚਮੁੱਚ ਸ਼ਹੀਦਾਂ ਦੇ ਅਸਥਾਨ ਇੰਨੇ ਪਵਿੱਤਰ ਨੇ ਕਿ ਇਸਲਾਮ ਵਿੱਚ ਕਿਹਾ ਗਿਆ ਸ਼ਹੀदों की कत्लगाह से क्या बेहतर है काबा, शहीदों की खाक पे तो खुदा भी कुर्बान होता है। सतगुरु किरपा कर ਸ਼ਹੀਦਾਂ ਦਾ ਸਤਿਕਾਰ ਕਰਨਾ ਸਾਨੂੰ ਆ ਜੇ। ਸ਼ਹੀਦਾਂ ਦੇ ਨਾਂ 'ਤੇ ਕੋਈ ਕਰਮ ਕਾਂਡ ਪਖੰਡਵਾਦ ਨਹੀਂ। ਕਈ ਤਾਂ ਇੱਧਰ ਨੂੰ ਤੁਰ ਪੈਂਦੇ ਨੇ ਜੀ, ਵੇਖੋ ਫਲਾਣੇ ਵਿੱਚ ਸ਼ਹੀਦ ਦੀ ਜੋਤ ਆਉਂਦੀ, ਬੰਦਾ ਪੁੱਛੇ ਵੀ ਤੂੰ ਇੰਨਾ ਮੈਲਾ ਕੁਚੈਲਾ ਤੇ ਤੇਰੇ ਵਿੱਚ ਜੋਤ ਆਉਣੀ ਹੈ? ਉਹ ਤਾਂ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਜਦੋਂ ਇਸ ਤਰ੍ਹਾਂ ਦਾ ਕੋਈ ਪਖੰਡ ਕਰੇ, ਉਸ ਪਖੰਡ ਤੋਂ ਬਚਣਾ। ਉਵੇਂ ਸ਼ਹੀਦਾਂ ਦਾ ਜਿਹੜਾ ਸਤਿਕਾਰ ਹੈ ਉਹ ਸਾਡੇ ਮਨਾਂ ਵਿੱਚ ਹੋਣਾ ਚਾਹੀਦਾ ਹੈ। ਕਰੋੜਾਂ ਵਾਰ, ਲੱਖਾਂ ਵਾਰ ਨਮਨ, ਬੇਅੰਤ ਵਾਰ ਨਮਸਕਾਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਤੇ ਉਹਨਾਂ ਦੇ ਸਿੱਖਾਂ ਦੀ ਸ਼ਹਾਦਤ ਨੂੰ, ਜਿਨ੍ਹਾਂ ਨੇ ਆਪਣੀ ਸ਼ਹਾਦਤ ਦੇ ਕੇ ਇਸ ਦੇਸ਼ ਦੀ, ਮਾਨਵਤਾ ਦੀ, ਇੱਕ ਧਰਮ ਦੀ ਜਿਹੜੀ ਸੰਸਕ੍ਰਿਤੀ ਹੈ ਉਹਨੂੰ ਬਚਾਇਆ। ਕੋਟਾਨ ਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ, ਸਮੁੱਚੇ ਪ੍ਰਬੰਧ ਦਾ, ਜਿਨ੍ਹਾਂ ਨੇ ਦਾਸ ਨੂੰ ਸਮਾਂ ਦੇ ਕੇ ਆਪ ਸੰਗਤਾਂ ਦੇ ਦਰਸ਼ਨ ਕਰਵਾਏ ਨੇ। ਫਿਰ ਕਿਤੇ ਸਮਾਂ ਮਿਲਿਆ ਤੇ ਜ਼ਰੂਰ ਦਰਸ਼ਨ ਕਰਾਂਗੇ, ਕਿਉਂਕਿ ਅੱਜ ਰਾਤ ਨੂੰ ਹੁਣ ਵਾਪਸੀ ਅੰਮ੍ਰਿਤਸਰ ਦੀ ਧਰਤੀ 'ਤੇ ਜਾਣਾ ਹੈ। ਸਤਿਗੁਰੂ ਕਿਰਪਾ ਕਰਨ, ਤੁਹਾਡੇ ਸਾਰਿਆਂ ਦੇ ਸੀਸ 'ਤੇ ਮਿਹਰ ਭਰਿਆ ਹੱਥ ਰੱਖਣ, ਪਰਿਵਾਰਾਂ ਅੰਦਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਜਿਨ੍ਹਾਂ ਦੇ ਕੋਲ ਐਸਾ ਮਹਾਨ ਗੁਰੂ ਹੋਵੇ ਕਿ ਉਹਦਾ ਚਿੰਤਨ ਕਰਨ ਮਾਤਰ ਹੀ ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆਵੈ, ਧਾਏ ਘਰ ਬਰਕਤਾਂ ਨਾਲ ਭਰ ਜਾਣ।
ਕਿੰਨੀ ਭਾਗਾਂ ਭਰੀ ਉਹ ਕੌਮ ਹੋਵੇਗੀ। ਬੁਲਾਓ ਫਤਿਹ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।